इमरान खान इज़ माई वेरी फेवरेट पॉलिटिशियन ऑफ द साडी यूनिवर्सिटी है। ਜਦੋਂ ਅਸੀਂ ਇਹਨੂੰ ਫੰਡਸ ਨਹੀਂ ਦੇ ਰਹੇ, ਜਦੋਂ ਇਹਨੂੰ ਗ੍ਰਾਂਟ ਨਹੀਂ ਦੇ ਰਹੇ, ਜਦ ਸਾਡੇ ਬੱਚੇ ਹੀ ਨਹੀਂ ਇੱਥੇ ਪੜ੍ਹਨ ਆਉਣਗੇ ਤਾਂ ਸਾਡਾ ਕਲੇਮ ਇਹਦੇ 'ਤੇ ਕਮਜ਼ੋਰ ਹੋਵੇਗਾ। ਭਗਵੰਤ ਮਾਨ ਨੂੰ ਚਾਹੀਦਾ ਕਿ ਜਿਹੜੀ ਉਹਨਾਂ ਨੇ ਐਲਾਨ ਕੀਤਾ ਸੀਗਾ 150 ਕਰੋੜ ਰੁਪਏ ਦਾ, ਬਲਕਿ ਜ਼ਿਆਦਾ, ਇਹਨੂੰ ਘੱਟੋ ਘੱਟ ਇਸ ਤਰ੍ਹਾਂ ਦੀ ਪ੍ਰੀਮੀਅਰ ਯੂਨੀਵਰਸਿਟੀ ਨੂੰ 200 ਕਰੋੜ ਰੁਪਇਆ ਪੰਜਾਬ ਸਰਕਾਰ ਦੇ। ਮੇਰਾ ਅਜ਼ੀਜ਼ ਰਿਹਾ ਵਾ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ, ਮੈਂ ਉਹਨੂੰ ਵੀ ਕਹੂੰਗਾ ਕਿ ਤੁਸੀਂ ਜੇ ਪ੍ਰੋਮਿਸ ਕੀਤਾ ਇੱਕ ਹੋਸਟਲ ਬਣਾਉਣ ਵਾਸਤੇ ਜਾਂ 2 ਹੋਸਟਲ, ਬਾਈ ਇਲੈਕਸ਼ਨ ਨੇ ਇਹਦਾ ਟਰੈਕ ਰਿਕਾਰਡ ਕਢਾਓ। ਇਹਦੇ 'ਚ ਗਵਰਨਮੈਂਟ ਦਾ ਐਡਾ ਵੱਡਾ ਰੋਲ ਹੁੰਦਾ ਕਿ ਸਰਕਾਰ 98-95% ਜਿਮਨੀ ਚੋਣ ਹਾਰਦੀ ਨਹੀਂ ਗਈ। ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਸੰਗਰੂਰ ਦੀ ਇਲੈਕਸ਼ਨ ਜਿਹੜੀ ਹਾਰੀ ਆ, ਉਦੋਂ ਇਹ ਨਵੇਂ ਆਏ ਸੀ। ਇਹਨਾਂ ਨੂੰ ਟ੍ਰਿਕਸ ਆਫ ਦ ਟ੍ਰੇਡ ਕੱਲ ਮੈਂ ਐਡ ਕਰਨਾ ਚਾਹੁੰਦਾ, ਕਿਉਂਕਿ ਨੌਜਵਾਨ ਬੱਚੇ ਸੁਣ ਰਹੇ ਨੇ। ਦੇਖੋ, ਪੋਲੀਟਿਕਸ ਜਿਹੜੀ ਇੰਡੀਆ ਦੀ ਨਾ ਇਸ ਵਕਤ ਉਹਦੇ 2 ਰਾਹ ਨੇ। ਇੱਕ ਬੜਾ ਸੌਖਾ ਜਿਹਾ ਰਾਹ ਹੈਗਾ ਕਿ ਜੇ ਤੁਸੀਂ ਪੈਸੇ ਕਮਾਉਣ ਲਈ ਉਤਰਨਾ ਪੋਲੀਟਿਕਸ ਵਿੱਚ ਅਤੇ ਤੁਸੀਂ ਪੈਸੇ ਹੀ ਬਣਾਉਣਾ ਚਾਹੁੰਦੇ ਹੋ, ਤਾਂ ਫਿਰ ਉਹ ਰਾਹ ਬੜਾ ਸੌਖਾ ਹੈਗਾ ਕਿ ਪੈਸੇ ਪਹਿਲਾਂ ਇਨਵੈਸਟ ਕਰੋ। ਜਿਹੜੇ ਉੱਥੇ ਤੁਹਾਡੀ ਪਾਰਟੀ ਵਿੱਚ ਲੀਡਰਸ਼ਿਪ ਹੈਗੀ ਆ, ਸਾਰਿਆਂ ਨੂੰ ਉਹਨਾਂ ਨੂੰ ਖੁਸ਼ ਕਰੋ, ਉਹਨਾਂ ਨੂੰ ਪੈਸੇ ਥੋੜ੍ਹਾ ਬਹੁਤਾ ਡੋਨੇਟ। ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ 25 ਸਾਲ ਦੇ ਕਰੀਅਰ ਵਿੱਚ ਮੇਰੇ 'ਤੇ ਅੱਜ ਤੱਕ 13 ਮੁਕੱਦਮੇ ਹੋਏ ਨੇ, ਐਂਡ ਐਜ਼ ਸੀਰੀਅਸ ਐਜ਼ ED ਕੇਸਿਸ ਬਾਈ ਦ ਸੈਂਟਰਲ ਗਵਰਨਮੈਂਟ। ਇਹ ਮੰਨਣਾ ਕਿ ਜਿਹੜਾ ਅੰਮ੍ਰਿਤਪਾਲ ਦਾ ਸਾਰਾ ਜੋ ਕੁਝ ਪ੍ਰਚਾਰ ਸੀਗਾ ਉਹ ਬੇਸਿਕਲੀ ਨੋਨ ਵਾਇਲੈਂਟ ਸੀਗਾ। ਉਹ ਇੱਕ ਤਾਂ ਪ੍ਰਚਾਰ ਕਰ ਰਿਹਾ ਸੀ ਕਿ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਜੀ, ਇੱਕ ਉਹ ਕਹਿ ਰਿਹਾ ਸੀਗਾ ਕਿ ਮੈਂ ਡਰੱਗਸ ਦੇ ਖਿਲਾਫ ਲੜਾਈ ਲੜਨੀ ਆ, ਇੱਕ ਉਹ ਪੰਜਾਬ ਦੇ ਨਾਲ ਹੋਈ ਡਿਸਕ੍ਰਿਮੀਨੇਸ਼ਨ ਨੂੰ ਗਿਣਾ ਰਿਹਾ ਸੀ ਲੋਕਾਂ ਨੂੰ। ਹਾਂ, ਇੱਕ ਗੱਲ ਉਹ ਕਰ ਰਿਹਾ ਸੀਗਾ ਆਊਟ ਆਫ ਦੀ ਕਨਸਟੀਟਿਊਸ਼ਨ ਜਾ ਕੇ ਕਿ ਮੈਨੂੰ ਇੱਕ ਸੈਪਰੇਟ ਕੰਟਰੀ ਦੀ ਡਿਮਾਂਡ ਕਰ ਰਿਹਾ, ਖਾਲਿਸਤਾਨ ਦੀ ਗੱਲ ਹੋਇਆ, ਜਿਹਦੇ 'ਚ ਬਠਿੰਡੇ 'ਚ ਬੰਬ ਧਮਾਕੇ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਡਾ ਪੰਜਾਬ ਦਾ ਆਪਣਾ ਪੁੱਤਰ ਸਿੱਧੂ ਮੂਸੇਵਾਲਾ, ਉਹਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਉਹ ਵੀ ਅੰਮ੍ਰਿਤਸਰ 'ਚ ਗੋਲਡਨ ਟੈਂਪਲਸ ਤੇ ਲੁਧਿਆਣੇ 'ਚ ਅਸੀਂ ਕੇਸਿਸ ਵੇਖੇ। ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੁਐਸਚਨੇਬਲ ਹੋ ਰਿਹਾ ਲਾਅ ਐਂਡ ਆਰਡਰ, ਤੇ ਸਾਨੂੰ ਕਿਹਨੂੰ ਬਲੇਮ ਕਰਨਾ ਚਾਹੀਦਾ ਹੈ, ਸਿਸਟਮ ਨੂੰ ਜਾਂ ਸਰਕਾਰ? ਵਾਲੇ ਦੀ ਗੱਲ ਕੀਤੀ ਸੀ, that is a internal security matter, that is not a cross border or not an I wouldn't say it's an act of terror। ਉਹਦਾ ਪਰਿਵਾਰ ਅੱਜ ਤੱਕ ਰੋਂਦਾ ਫਿਰਦਾ ਕਿ ਸਾਡੇ ਬੱਚਿਆਂ ਨੂੰ ਰੋ ਹੀ ਰਿਹਾ ਸੀਗਾ। ਤੇ ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਹੈ, ਜਿੱਦਾਂ ਲਾਰੈਂਸ ਬਿਸ਼ਨੋਈ 'ਤੇ, ਉਹਦੀ ਇੰਟਰਵਿਊ ਜੇਲ੍ਹ 'ਚੋਂ ਆ ਗਈ। ਇਨ ਪੰਜਾਬ ਇਜ਼ ਦੈਟ ਫਾਰਮਰਸ ਆਰ ਕਮਿਟਿੰਗ ਸੁਸਾਈਡਸ, ਫਾਰਮ ਲੇਬਰਰਸ ਆਰ ਡਿਪਰੈਸਡ। ਸਾਡੀ ਇੰਡਸਟਰੀ ਇਸ ਵੇਲੇ ਔਨ ਦ ਡਾਊਨ ਟ੍ਰੈਂਡ ਹੈਗੀ ਆ। ਸੋ ਸਾਡੇ ਬੱਚੇ ਕੀ ਕਰ ਪੁਆਇੰਟ ਆਫ ਟਾਈਮ 3 ਕਰੋੜ ਦੀ ਆਬਾਦੀ 'ਚੋਂ 25 ਲੱਖ ਬੱਚਾ ਤਾਂ ਸਾਡਾ ਹਵਾ ਦੇ ਵਿੱਚ ਹੈਗਾ ਜਿਹੜਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ। ਇਹ ਜਿਹੜਾ ਕਹਿ ਦਿੰਦੇ ਨਾ ਪੋਲੀਟੀਸ਼ੀਅਨ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਜੀ 1 ਮਹੀਨੇ 'ਚ ਖਤਮ, ਦੇ ਕੈਨੋਟ ਡੂ ਇਟ, ਉਹ ਝੂਠ ਬੋਲਦੇ ਨੇ। ਅਮਰਿੰਦਰ ਸਿੰਘ ਦਾ ਵੀ ਝੂਠ ਸਾਬਤ ਹੋ ਗਿਆ। ਕੇਜਰੀਵਾਲ ਨੇ ਕਿਹਾ ਮੈਂ ਮਹੀਨੇ 'ਚ ਡਰੱਗਸ ਬੰਦ ਕਰਨ, ਕਰੀ ਨਹੀਂ ਹੋਣ ਲੱਖ ਆ। ਮੰਨ ਲਿਆ ਉਹਦੇ 'ਚੋਂ ਲੱਖ ਜਾਂ 1.5 ਲੱਖ ਖਾਲੀ ਹੋਊਗੀ, 1.5 ਲੱਖ ਬੱਚਾ, ਬਾਕੀ 23.5 ਲੱਖ ਕਿੱਥੇ ਬੱਚਾ ਜਾਊਗਾ? ਤਾਂ ਹੀ ਉਹ ਬੱਚਿਆਂ 'ਚ ਟ੍ਰੈਂਡ ਬਣਿਆ ਕਿ ਉਹਨਾਂ ਨੇ ਫਟਾਫਟ ਆਇਲਸ ਦੇ ਕੋਰਸਿਸ ਕਰਕੇ ਦੇਸ਼ਾਂ 'ਚ ਭੱਜਣ ਲੱਗ ਗਏ, ਭੱਜਦੇ। ਸਾਡੀ ਹਾਇਰ ਐਜੂਕੇਸ਼ਨ ਇਹਨਾਂ ਨੇ ਪਤਾ ਨਹੀਂ ਕਿਹੜੀ ਇੱਕ ਮਸ਼ੀਨ ਖਰੀਦੀ ਸੀਗੀ ਜਿਹੜੀ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਲੀ ਮਸ਼ੀਨ ਸੀਗੀ। ਫਰਜ਼ ਕਰੋ ਉਹ ਮਸ਼ੀਨ ਦੀ ਕੀਮਤ 1 ਕਰੋੜ ਰੁਪਇਆ ਸੀ, ਉਹਦੇ 'ਤੇ ਉਹਦੀ ਪਬਲਿਸਿਟੀ ਕਰਨ 'ਤੇ 10 ਕਰੋੜ ਰੁਪਏ ਖਰਚਾ। ਈਵਨ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਨੌਕਰੀ ਇੱਥੇ ਦਿੰਦੇ ਨੇ, ਬਿਜਲੀ ਮੁਫਤ ਇੱਥੇ ਦਿੰਦੇ ਨੇ, ਪਬਲਿਸਿਟੀ ਸਾਰੇ ਦੇਸ਼ ਵਿੱਚ। ਮੈਂ ਕਿਹਾ ਤੁਸੀਂ ਇਹਦੀ ਵੈਰੀਫਿਕੇਸ਼ਨ ਕਰਾ ਲਓ। ਜੇ ਤੁਹਾਨੂੰ ਲੱਗਦਾ ਕਿ ਵੀਡੀਓਜ਼ ਉਹਦੀਆਂ ਕਟਾਰੂ ਚੱਕਦੀਆਂ ਨੇ ਤੇ ਫਿਰ ਤੁਸੀਂ ਗਵਰਨਮੈਂਟ ਨੂੰ ਲਿਖ ਦਿਓ। ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਫਰੋਮ ਦ ਫੋਰੈਂਸਿਕ ਲੈਬ, ਵੀਡੀਓਜ਼ ਆਥੈਂਟਿਕ ਸੀਗੀਆਂ। ਉਹਨਾਂ ਨੇ ਭਗਵੰਤ ਮਾਨ ਨੂੰ ਭੇਜਤੀ ਫॉर ਐਕਸ਼ਨ। 1 ਮਈ ਨੂੰ ਮੈਂ ਮਿਲਦਾ ਗਵਰਨਰ ਨੂੰ, 2 ਮਈ ਨੂੰ ਮੇਰੇ ਤੇ ਇੱਕ ਪਰਚਾ ਦਰਜ ਕਰ ਦਿੰਦੇ FIR ਨਾਨ ਅਵੇਲੇਬਲ। ਕੇਜਰੀਵਾਲ ਹੁਣੀ ਉੱਥੇ BJP ਨੂੰ ਕਹਿੰਦੇ ਕਿ ਸਾਡੇ ਨਾਲ ਬੜੀ ਬੇਇਨਸਾਫੀ ਹੋ ਰਹੀ ਜੀ, ਸਾਡੇ LG ਜਿਹੜਾ ਹੈਗਾ ਉਹ ਸਾਨੂੰ ਫੰਕਸ਼ਨ ਨਹੀਂ ਕਰਨ ਦੇ ਰਿਹਾ, ਮਤਲਬ ਕਿ ਸਾਡੇ ਨਾਲ BJP ਜਿਹੜਾ ਹੈਗਾ ਉਹ ਸਾਡੀ ਆਵਾਜ਼ ਨੂੰ ਦਬਾ ਰਹੀ ਆ। ਪਰ ਜੋ ਕੁਝ BJP ਦੇ ਖਿਲਾਫ ਇਲਜ਼ਾਮ ਲਾ ਰਹੇ ਪੰਜਾਬ 'ਚ ਉਹ ਖੁਦ ਕਰ। ਪੰਜਾਬ ਯੂਨੀਵਰਸਿਟੀ ਸਾਡੇ ਆਪਦੀ ਪੰਜਾਬ ਦੀ ਹੈ, ਪਰ ਜਦੋਂ ਉਹਨਾਂ ਤੋਂ ਬਜਟ ਲੈਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪਿੱਛੇ ਹਟ ਜਾਂਦੇ। ਕਈ ਵਾਰ ਮੈਂ ਟਵੀਟ ਕਰਦਾ ਰਹਿੰਦਾ ਵਾਂ ਕਿ ਇਹਨਾਂ ਦੀ ਜਿਹੜੀ ਆਪਣਾ ਇਹ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ, ਉਹ ਸਿਰਫ ਲਫ਼ਜ਼ਾਂ 'ਚ ਆ, ਉਹ ਜ਼ਮੀਨ 'ਤੇ ਹੈ ਨਹੀਂ ਗਾ ਬਦਲਾਵ। ਸਾਨੂੰ ਪੰਜਾਬ ਦੇ ਵਿੱਚ ਕੋਈ ਬਦਲਾਵ ਨਜ਼ਰ ਨਹੀਂ ਕਿ ਪੋਲੀਟਿਕਸ ਨੂੰ ਥੋੜ੍ਹਾ ਜਿਹਾ ਪ੍ਰਾਇੋਰਿਟੀ ਘੱਟ ਦਿਓ, ਕਿਉਂਕਿ ਇਹ ਇੱਕ ਬਹੁਤ ਅੱਛਾ ਪੋਲੀਟੀਕਲ ਕਲਚਰ ਇਸ ਇੰਡੀਆ 'ਚ ਨਹੀਂ ਹੈ ਇਸ ਵਕਤ ਹੈਗਾ। ਵੀ ਆਰ ਨੋ ਬੈਟਰ ਦੈਨ ਪਾਕਿਸਤਾਨ। ਆਈਵ ਜਸਟ ਟਵੀਟਡ ਟੁਡੇ। ਦਿਸ ਇਜ਼ ਰੁਤਿਕਾ ਸਿਡਾਨਾ ਫਰੋਮ PU ਪਲਸ, ਤੇ ਅੱਜ ਸਾਡੇ ਨਾਲ ਮੌਜੂਦ ਹੈ ਇੱਕ ਅਜਿਹੇ ਪਰਸਨੈਲਿਟੀ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਵੀ ਲੋੜ ਨਹੀਂ, ਜਿਹੜੇ ਕਿ ਇੱਕ ਪੰਜਾਬ ਰਾਜਨੀਤੀ ਤੋਂ ਉੱਭਰ ਕੇ ਆਏ ਨੇ ਤੇ LOP ਤੇ 3 ਵਾਰ ਭੁਲੱਥ ਕੌਂਸਟੀਚੁਐਂਸੀ ਤੋਂ ਲਗਾਤਾਰ MLA ਜਿੱਤ ਕੇ ਆਏ ਨੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਵੈਲਕਮ ਯੂ ਸੁਖਪਾਲ ਸਿੰਘ ਖਹਿਰਾ ਜੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਸਭ ਤੋਂ ਪਹਿਲਾ ਕੁਐਸਚਨ ਜਿਹੜਾ ਮੇਰਾ ਤੁਹਾਡੇ ਤੋਂ ਇਹ ਰਹੂਗਾ ਕਿ ਜਿੱਦਾਂ ਕਿ ਸਾਨੂੰ ਸੁਣਨ 'ਚ ਆਇਆ ਵੀ ਤੁਹਾਡਾ ਪੋਲੀਟਿਕਸ 'ਚ ਇੰਟਰਸਟ ਨਹੀਂ ਸੀ, ਬਟ ਦੈਨ ਡਿਊ ਟੂ ਸਰਟਨ ਸਰਕਮਸਟੈਂਸਿਸ ਤੁਹਾਨੂੰ ਪੋਲੀਟਿਕਸ 'ਚ ਐਂਟਰ ਕਰਨਾ ਪਿਆ। ਕੀ ਇਹ ਜਿਹੇ ਸਰਕਮਸਟੈਂਸਿਸ ਰਹੇ, ਜਾਂ ਫਿਰ ਸੁਖਪਾਲ ਸਿੰਘ ਖਹਿਰਾ ਜੀ ਆਪਦੇ ਪੋਲੀਟੀਕਲ ਕਰੀਅਰ ਨੂੰ ਕਿੱਦਾਂ ਵੇਖਦੇ ਆ? ਠੀਕ ਹੈ,
ਤੁਸੀਂ ਠੀਕ ਕਿਹਾ ਕਿ ਮੈਂ ਆਈ ਐਮ ਐਕਚੁਅਲੀ ਵਾਟ ਸ਼ੁਡ ਆਈ ਸੇ ਦੈਟ ਆਈ ਬੀਨ ਕੈਟਾਪੁਲਟਡ ਇਨਟੂ ਪੋਲਿਟਿਕਸ ਬਿਕੋਜ਼ ਮੇਰਾ ਕੋਈ ਇੱਦਾਂ ਉਸ ਵਕਤ ਇੰਟਰਸਟ ਨਹੀਂ ਸੀਗਾ। ਮੈਂ ਤੁਹਾਨੂੰ ਵਾਪਸ ਮੇਰੇ ਨਾਲ ਚੱਲਣਾ ਪਵੇਗਾ ਇਨ ਦੀ 70s ਐਂਡ 80s। ਮਾਈ ਫਾਦਰ ਸਰਦਾਰ ਸੁਖਜਿੰਦਰ ਸਿੰਘ, ਹੀ ਇਜ਼ ਨੋ ਮੋਰ ਨੋ, ਹੀ ਇਜ਼ ਫਾਰਮਰ ਐਜੂਕੇਸ਼ਨ ਮਿਨਿਸਟਰ ਆਫ ਪੰਜਾਬ। ਉਦੋਂ ਐਮਰਜੈਂਸੀ ਲੱਗੀ ਸੀਗੀ 1975 'ਚ, ਅਤੇ ਮੈਂ ਉਦੋਂ ਹਲੇ ਆਪਣੇ ਸਕੂਲ ਵਿੱਚ ਪੜ੍ਹ ਰਿਹਾ ਸੀਗਾ ਬਿਸ਼ਪ ਕਾਟਨ ਸਿਮਲਾ। ਮੈਨੂੰ ਉਦੋਂ ਤੋਂ ਅੱਛੀ ਤਰ੍ਹਾਂ ਯਾਦ ਹੈ ਕਿ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ ਪਹਿਲੀ ਵਾਰ ਉਸ ਵਕਤ 1975। ਉਸ ਵਕਤ ਉਹਨਾਂ ਦੀ ਜਿਹੜੀ ਡਿਟੈਂਸ਼ਨ ਸੀ ਉਹ ਮੀਸਾ ਦੇ ਅਧੀਨ ਸੀਗੀ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਜਿੱਦਾਂ ਹੁਣ ਜਿਹੜਾ ਬਾਅਦ 'ਚ NSA ਬਣਿਆ ਵਾ। ਤਾਂ ਜਦੋਂ ਉਹਨਾਂ ਨੂੰ ਡਿਟੇਨ ਕੀਤਾ, ਫਿਰ ਉਹਨਾਂ ਦੀ ਰਿਪੀਟਡ ਡਿਟੈਂਸ਼ਨ ਚੱਲੀਆਂ ਕਿਉਂਕਿ ਪੰਜਾਬ ਦੇ ਹਾਲਾਤ ਖਰਾਬ ਹੋ ਗਏ। ਇਹ ਮਾਮਲਾ ਚੱਲਦਾ ਰਿਹਾ ਤਕਰੀਬਨ ਸਾਰਾ ਹੀ 80 ਦਾ ਦਹਾਕਾ ਐਂਡ ਅਰਲੀ 90s। ਸੋ ਮੈਂ ਜਦ ਆਪਣੀ ਐਜੂਕੇਸ਼ਨ ਖਤਮ ਕੀਤੀ ਤਾਂ ਇਹਨਾਂ ਦੀਆਂ ਲਗਾਤਾਰ ਡਿਟੈਂਸ਼ਨਸ ਦੇ ਕਰਕੇ ਮੈਨੂੰ ਆਪਣੇ ਉਹਨਾਂ ਦੀ ਜਗ੍ਹਾ ਦੇ ਉੱਤੇ ਆਪਣੇ ਕੌਂਸਟੀਟੂਐਂਸੀ ਆਪਣੇ ਪਿੰਡ 'ਚ ਬੈਠਣਾ ਪੈਂਦਾ ਸੀ। ਦਿਸ ਆਮ ਟਾਕਿੰਗ ਅਬਾਊਟ ਪੋਸਟ ਮਾਈ ਐਜੂਕੇਸ਼ਨ 85 ਔਨਵਰਡਸ। ਅਤੇ ਜਦੋਂ ਉਹਨਾਂ ਨੂੰ ਜੇਲ੍ਹ 'ਚ ਲੈ ਜਾਣਾ, ਉਸ ਤੋਂ ਬਾਅਦ NSA ਵੀ ਲੱਗਦੀ ਰਹੀ ਉਹਨਾਂ ਦੇ ਉੱਤੇ, ਤਾਂ ਮੇਰਾ ਉੱਥੇ ਜਿਹੜਾ ਤਾਲਮੇਲ ਸੀਗਾ, ਮੈਨੂੰ ਉੱਥੇ ਮਿਲਣਾ ਲੋਕਾਂ ਨੂੰ, ਉਹਨਾਂ ਦੇ ਦੁੱਖ ਸੁੱਖ 'ਚ ਭਾਈਵਾਲ ਬੈਠਣਾ ਕਰਨਾ, ਪਲੱਸ ਮੈਨੂੰ ਆਪਣੀ ਪੜ੍ਹਾਈ ਵੀ ਖਤਮ ਕਰਨ ਦਾ ਮੌਕਾ ਨਹੀਂ ਮਿਲਿਆ ਬਿਕੋਜ਼ ਇਸੇ ਦੌਰਾਨ ਬਹੁਤ ਜ਼ਿਆਦਾ ਉਸ ਵਕਤ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਔਰ ਫਿਰ ਰਿਪੀਟਡ ਡਿਟੈਂਸ਼ਨ ਜਿਹੜੀਆਂ ਉਹਨਾਂ ਦੀਆਂ, ਉਹਦੇ ਕਰਕੇ ਮੇਰਾ ਲੋਕਾਂ ਦੇ ਨਾਲ ਤਾਲਮੇਲ ਵੱਧਦਾ ਗਿਆ ਔਰ ਫਿਰ ਉਸ ਤੋਂ ਬਾਅਦ ਤਕਰੀਬਨ ਬਿਕੋਜ਼ ਮਾਈ ਫਾਦਰ ਬੇਸਿਕਲੀ ਬਿਲੋਂਗ ਟੂ ਸ਼੍ਰੋਮਣੀ ਅਕਾਲੀ ਦਲ, ਉਹ 2 ਵਾਰ ਐਜੂਕੇਸ਼ਨ ਮਿਨਿਸਟਰ ਰਹੇ ਸੀਗੇ। ਤਾਂ ਫਿਰ ਜਦੋਂ ਉਹਨਾਂ ਦਾ ਪੋਲੀਟੀਕਲ ਕਰੀਅਰ ਖਤਮ ਹੋਇਆ ਅਤੇ ਉਹਨਾਂ ਨੇ ਮੈਨੂੰ ਬਿਠਾ ਕੇ ਅੱਛੀ ਤਰ੍ਹਾਂ ਪੁੱਛਿਆ ਕਿ ਆਹ ਮੇਰੇ ਨਾਲ ਬੀਤੀ ਆ ਸਾਰੇ ਕਰੀਅਰ ਵਿੱਚ, ਵੁੱਡ ਯੂ ਲਾਈਕ ਟੂ ਜੁਆਇਨ ਪੋਲੀਟਿਕਸ। ਤਾਂ ਮੈਂ ਬਾਈ ਦੈਨ ਆਈ ਵਾਜ਼ ਲੈਫਟ ਵਿਦ ਨੋ ਅਦਰ ਆਪਸ਼ਨ। ਮੇਰਾ ਕਾਫੀ ਤੁਲਕਾਤ ਬਣ ਗਏ ਸੀ ਬਿਕੋਜ਼ ਉਹ ਗੈਰ ਹਾਜ਼ਰ ਹੁੰਦੇ ਸੀ ਔਰ ਉਹਨਾਂ ਦੀ ਗੈਰ ਹਾਜ਼ਰੀ 'ਚ ਮੇਰੀਆਂ 2 ਭੈਣਾਂ ਦੇ ਸ਼ਾਦੀ ਵੀ ਕੀਤੀ ਹੈ। ਮੈਂ ਭਾਵੇਂ ਛੋਟਾ ਹੀ ਸੀਗਾ ਪਰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਉਹ ਵੀ ਮੈਂ ਅਦਾ ਕੀਤੀਆਂ। ਸੋ ਲਗਭਗ 95, 96, 97 ਆਈ ਹੈਡ ਐਂਟਰਡ ਐਕਟਿਵ ਪੋਲੀਟਿਕਸ। ਸੋ ਪਹਿਲੀ ਮੇਰੀ ਇਲੈਕਸ਼ਨ ਜਿਹੜੀ ਮੈਂ ਲੜੀ ਸੀਗੀ ਫਰੋਮ ਭੁਲੱਥ ਕੌਂਸਟੀਟੂਐਂਸੀ, ਉਹ 1997 ਦੀ ਸੀ। ਸੋ ਮੈਂ ਇਹ ਕਹਿ ਸਕਦਾ ਵਾਂ ਕਿ ਮੈਂ ਨਾ ਚਾਹੁੰਦੇ ਹੋਏ ਵੀ ਪੋਲੀਟਿਕਸ ਆ ਗਿਆ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਦੈਨ ਮੇਰੇ ਫਾਦਰ ਅਗੇਨ ਹੀ ਵਾਜ਼ ਅ ਗ੍ਰੇਟ ਇੰਸਪੀਰੇਸ਼ਨ ਟੂ ਮੀ। ਉਹਨਾਂ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਹਾਫ ਹਾਰਟਡ ਨਹੀਂ ਕਰਨਾ, ਜਾਂ ਤਾਂ ਨਾ ਕਰੋ, ਜੇ ਕਰਨਾ ਤਾਂ ਫਿਰ ਪ੍ਰੋਪਰਲੀ ਕਰਨਾ ਵਾ। ਤਾਂ ਫਿਰ ਉਹਨਾਂ ਦੇ ਵਰਡਸ ਲੈ ਕੇ ਮੈਂ 1997 'ਚ ਪਹਿਲੀ ਵਾਰ ਕਾਂਗਰਸ ਦੀ ਟਿਕਟ ਤੋਂ ਭੁਲੱਥ ਤੋਂ ਇਲੈਕਸ਼ਨ ਲੜਿਆ। ਮੇਰੇ ਜਿਹੜੇ ਓਪੋਨੈਂਟ ਸੀਗੇ ਬੀਬੀ ਜਗੀਰ ਕੌਰ, ਕਾਫੀ ਮਤਲਬ ਸਟਾਲਵਰਡ ਸੀਗੇ, SGPC ਦੇ ਪ੍ਰੈਜ਼ੀਡੈਂਟ ਰਹੇ ਨੇ ਬਾਅਦ 'ਚ। ਤਾਂ ਮੇਰੀ ਲੜਾਈ ਜਿਹੜੀ ਸੀ ਉਹ ਬਹੁਤ ਔਖੀ ਸੀਗੀ। ਪਹਿਲੀਆਂ 2 ਇਲੈਕਸ਼ਨਾਂ ਮੈਂ ਡਾਇਰੈਕਟਲੀ ਹਾਰਿਆ 10 ਸਾਲ। ਬਟ ਉਹ ਕਹਿੰਦੇ ਨੇ ਕਿ ਮੈਂ ਹੁਣ ਕਈ ਵਾਰੀ ਵਾਚ ਕਰਦਾ, ਇਮਰਾਨ ਖਾਨ ਇਜ਼ ਮਾਈ ਵੈਰੀ ਫੇਵਰਿਟ ਪੋਲੀਟੀਸ਼ੀਅਨ ਆਫ ਦ ਵਰਲਡ। ਤਾਂ ਮੈਂ ਉਹਨੂੰ ਦੇਖ ਰਿਹਾ, ਉਹ ਕਹਿੰਦਾ ਜੀ ਕਿ ਕਦੀ ਵੀ ਹਾਰਨ ਤੋਂ ਬਾਅਦ ਘਬਰਾਉਣਾ ਨਹੀਂਗਾ ਕਿਉਂਕਿ ਹਾਰ ਹੀ ਤੁਹਾਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਂਦੀ ਹੈ। ਤਾਂ ਫਿਰ ਮੈਂ ਲੜਦਾ ਰਿਹਾ, ਸਟਰਗਲ ਕਰਦਾ ਰਿਹਾ। ਅਤੇ 2007 ਜਦੋਂ ਸਾਰੀ ਕਾਂਗਰਸ ਡਿਫੀਟ ਹੋ ਗਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਤੋਂ ਬਾਅਦ, ਮੈਂ ਪਹਿਲੀ ਵਾਰੀ MLA ਬਣ ਗਿਆ। ਦੈਨ ਆਫਟਰ ਦੈਟ ਆਈ ਕੈਪਟ ਔਨ ਵਿਨਿੰਗ। ਫਿਰ ਮੈਂ ਲੀਡਰ ਆਫ ਆਪੋਜੀਸ਼ਨ ਵੀ ਰਿਹਾ ਅਤੇ ਮੈਂ ਆਪਣਾ ਕੰਮ ਜਿਹੜਾ ਹੈਗਾ ਵਾ ਉਹ ਕਰਦਾ ਰਿਹਾ। ਪਰ ਇਹਦੇ 'ਚ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਕਿਉਂਕਿ ਨੌਜਵਾਨ ਬੱਚੇ ਸੁਣ ਰਹੇ ਨੇ। ਦੇਖੋ, ਪੋਲੀਟਿਕਸ ਜਿਹੜੀ ਇੰਡੀਆ ਦੀ ਨਾ ਇਸ ਵਕਤ, ਉਹਦੇ 2 ਰਾਹ ਨੇ। ਇੱਕ ਬੜਾ ਸੌਖਾ ਜਿਹਾ ਰਾਹ ਹੈਗਾ ਕਿ ਜੇ ਤੁਸੀਂ ਪੈਸੇ ਕਮਾਉਣ ਲਈ ਉਤਰਨਾ ਪੋਲੀਟਿਕਸ ਵਿੱਚ ਅਤੇ ਤੁਸੀਂ ਪੈਸੇ ਹੀ ਬਣਾਉਣਾ ਚਾਹੁੰਦੇ ਹੋ, ਤਾਂ ਫਿਰ ਉਹ ਰਾਹ ਬੜਾ ਸੌਖਾ ਹੈਗਾ ਕਿ ਪੈਸੇ ਪਹਿਲਾਂ ਇਨਵੈਸਟ ਕਰੋ। ਜਿਹੜੇ ਉੱਥੇ ਤੁਹਾਡੀ ਪਾਰਟੀ ਵਿੱਚ ਲੀਡਰਸ਼ਿਪ ਹੈਗੀ ਆ, ਸਾਰਿਆਂ ਨੂੰ ਉਹਨਾਂ ਨੂੰ ਖੁਸ਼ ਕਰੋ, ਉਹਨਾਂ ਨੂੰ ਪੈਸੇ ਥੋੜ੍ਹਾ ਬਹੁਤਾ ਡੋਨੇਟ ਕਰੋ। ਖੁਸ਼ਾਮਦ ਵੀ ਬਹੁਤ ਇੰਪੋਰਟੈਂਟ ਹੈ ਇੰਡੀਆ ਦੀ ਪੋਲੀਟਿਕਸ ਵਿੱਚ ਅੱਜ, ਸਾਈਕੋਫੈਂਸੀ, ਖੁਸ਼ਾਮਦ ਕਰੋ। ਫਿਰ ਉਹ ਰਾਹ ਬੜਾ ਸੌਖਾ ਜਾ ਕੇ ਨਹੀਂ, ਤੁਸੀਂ ਦੇਖੋਗੇ ਪੋਲੀਟੀਕਲ ਲੀਡਰਸ ਆਉਂਦੇ ਨੇ, ਆਊਟਸਾਈਡਰਸ ਹੁੰਦੇ ਨੇ, ਟਿਕਟ ਲੈਂਦੇ ਨੇ, ਪਹਿਲੀ ਵਾਰੀ ਜਿੱਤਦੇ ਨੇ, ਪਹਿਲੀ ਵਾਰੀ ਮਿਨਿਸਟਰ ਬਣਦੇ ਨੇ। ਦੂਸਰਾ ਰਾਹ ਜਿਹੜਾ ਮੇਰੇ ਵਾਲਾ ਰਾਹ ਹੈਗਾ, ਇਟ ਇਜ਼ ਵੈਰੀ ਡਿਫੀਕਲਟ ਬਿਕੋਜ਼ ਇਹਦੇ ਜੇ ਤੁਸੀਂ ਸੱਚ ਨੂੰ ਪਰਸਿਊ ਕਰਨਾ ਵਾ, ਜੇ ਤੁਸੀਂ ਲੋਕਾਂ ਦੇ ਮੁੱਦਿਆਂ ਨੂੰ ਜੈਨੂਅਲੀ ਉਠਾਉਣਾ ਵਾ ਔਰ ਆਪਣੀ ਸਟੇਟ ਦੀ ਜਾਂ ਆਪਣੇ ਦੇਸ਼ ਦੀ ਰਾਜਨੀਤੀ ਨੂੰ ਇੰਪਰੂਵ ਕਰਨਾ, ਫਿਰ ਚੁਣੌਤੀਆਂ ਬਹੁਤ ਨੇ। ਦ ਰਿਪੀਟਡ ਚੈਲੰਜ ਆਫਟਰ ਚੈਲੰਜ। ਇਫ ਯੂ ਐਨਾਲਾਈਜ਼ ਮਾਈ ਪੋਲੀਟੀਕਲ ਕੈਰੀਅਰ, ਇਟਸ ਬੀਨ ਨਾਓ 25 years. In these 25 years I have never enjoyed power ਬਿਕੋਜ਼ ਕੁਛ ਇੱਦਾਂ ਦੇ ਸਰਕਮਸਟਾਂਸਿਸ ਬਣਦੇ ਰਹੇ ਕਿ ਮੈਂ ਸਦਾ ਹੀ ਓਪੋਜੀਸ਼ਨ 'ਚ ਰਿਹਾ। ਅਤੇ ਓਪੋਜੀਸ਼ਨ 'ਚ ਰਹਿਣ ਵਾਸਤੇ ਫਿਰ ਜਦੋਂ ਮੈਂ ਲੋਕਾਂ ਦੀ ਗੱਲਾਂ ਕਰਨੀਆਂ, ਫਿਰ ਮੁਕੱਦਮੇ 'ਤੇ ਮੁਕੱਦਮਾ। ਤੁਸੀਂ ਯੂਲ ਬੀ ਸਰਪ੍ਰਾਈਜ਼ਡ। ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ 25 ਸਾਲ ਦੇ ਕਰੀਅਰ ਵਿੱਚ ਮੇਰੇ 'ਤੇ ਅੱਜ ਤੱਕ 13 ਮੁਕੱਦਮੇ ਹੋਏ ਨੇ ਐਂਡ ਐਜ਼ ਸੀਰੀਅਸ ਐਜ਼ ED ਕੇਸਿਸ ਬਾਈ ਦ ਸੈਂਟਰਲ ਗਵਰਨਮੈਂਟ। ਪਰ ਉਹ ਕਹਿੰਦੇ ਫਿਰ ਦ ਟਰੂਥ ਕੈਨ ਬੀ ਸਪਰੈਸਡ, ਟਰੂਥ ਕੈਨ ਨਾਟ ਬੀ ਡਿਫੀਟਡ ਫੋਰ ਐਵਰ। ਤਾਂ ਮੈਂ ਲੜਦਾ ਰਿਹਾ, ਮੁਕੱਦਮੇ ਲੜਦਾ ਰਿਹਾ। ਅੱਜ
ਜਿਹੜੇ ਹੁਣ ਕਰੰਟ ਗਵਰਨਮੈਂਟ ਨੇ ਕੀਤੇ ਨੇ, ਸਿਰਫ ਇਹੀ 2 ਮੁਕੱਦਮੇ ਬਚੇ ਨੇ, ਬਾਕੀ ਸਾਰੇ ਮੁਕੱਦਮੇ ਅਦਾਲਤਾਂ ਨੇ, ਹਾਈ ਕੋਰਟਾਂ ਨੇ, ਸੁਪਰੀਮ ਕੋਰਟ ਨੇ ਸਭ ਰੱਦ ਕਰ ਦਿੱਤੇ। ਬਟ ਵਾਟ ਸ਼ੁਡ ਆਈ ਸੇ, ਦ ਰੂਟ ਦੈਟ ਆਈ ਅਡੋਪਟਡ ਇਜ਼ ਅ ਵੈਰੀ ਡਿਫਿਕਲਟ ਵਨ। ਸੋ ਮੈਂ ਆਪਣੇ ਐਕਸਪੀਰੀਅੰਸ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਬਟ ਆਫਟਰ ਥੀਸ ਕੁਐਸਚਨਸ। And as you mentioned that the route you have adopted, truth cannot be defeated forever. Like this is such a part of appreciation ਕਿ ਤੁਸੀਂ ਫੇਰ ਵੀ ਪੋਲਿਟਿਕਸ 'ਚ ਇੰਨਾ ਗਰੋ ਕੀਤਾ। ਐਂਡ ਤੁਸੀਂ ਹੁਣੇ NSA ਦੀ ਜਿਵੇਂ ਗੱਲ ਕੀਤੀ, ਤੇ NSA ਅੱਜ ਕੱਲ੍ਹ ਨਾ ਪੰਜਾਬ 'ਚ ਬਹੁਤ ਕਾਮਨ ਹੋ ਗਿਆ ਤੇ ਟ੍ਰੈਂਡ 'ਚ ਚੱਲ ਰਿਹਾ, ਤੇ ਤੁਸੀਂ ਪੰਜਾਬ ਤੇ NSA ਦੋਵਾਂ ਨੂੰ ਕਿਵੇਂ ਲਿੰਕ ਕਰਦੇ ਹੋ? ਦੇਖੋ, ਨੋਰਮਲੀ ਕੀ ਹੈ ਕਿ ਪੰਜਾਬ ਨੇ ਬੀਇੰਗ ਅ ਬਾਰਡਰ ਸਟੇਟ, ਬੀਇੰਗ ਅ ਮਾਈਨੋਰਿਟੀ ਸਟੇਟ, ਇਹਦੇ 'ਤੇ ਇਸ ਤਰ੍ਹਾਂ ਦੇ ਕਾਨੂੰਨ ਬਹੁਤ ਅਪਲਾਈ ਕੀਤੇ ਗਏ। ਜੇ ਤੁਸੀਂ ਦੇਖੋਗੇ ਫਿਰ ਟੇਕਿੰਗ ਯੂ ਬੈਕ ਟੂ ਦੀ ਮਿਲੀਟੈਂਸੀ ਟਾਈਮ, ਉਦੋਂ ਬਹੁਤ ਤਸ਼ੱਦਦ ਇਨ ਦ ਨੇਮ ਆਫ ਮੇਨਟੇਨਿੰਗ ਸਿਕਿਉਰਿਟੀ। ਉਸ ਵਕਤ ਪਹਿਲਾਂ ਜਿੱਦਾਂ ਮੈਂ ਕਿਹਾ ਕਿ ਮੀਸਾ ਨੂੰ ਕਨਵਰਟ ਕਰਕੇ ਇਹ ਨੈਸ਼ਨਲ ਸਿਕਿਉਰਿਟੀ ਐਕਟ ਪਹਿਲੀ ਵਾਰੀ ਸ਼ਾਇਦ 1980 ਦੇ ਕਰੀਬ ਬਣਿਆ ਸੀਗਾ, ਬਹੁਤ ਰੈਂਡਮਲੀ ਯੂਜ਼ ਕੀਤਾ। ਇੱਕ ਹੋਰ ਬੜਾ ਬਲੈਕ ਲਾਅ ਆਇਆ ਸੀਗਾ, ਉਹਨੂੰ ਕਹਿੰਦੇ ਸੀ ਟਾਡਾ, TADA। ਉਹਨੂੰ ਬਹੁਤ ਮਤਲਬ ਕਿ ਇਨਡਿਸਕ੍ਰਿਮੀਨੇਟਲੀ ਪੰਜਾਬ ਦੇ ਵਿੱਚ ਯੂਜ਼ ਹੋਇਆ, ਬਹੁਤ ਲੋਕਾਂ ਨੂੰ ਸਫਰ ਕਰਨਾ ਪਿਆ। ਉਹਦਾ ਬਹੁਤ ਵਰਲਡ ਵਾਈਡ ਉਹਦਾ ਵਿਰੋਧ ਹੋਇਆ। ਜਿਹੜੇ ਹਿਊਮਨ ਰਾਈਟ ਆਰਗੇਨਾਈਜੇਸ਼ਨ ਸੀ, ਨੈਸ਼ਨਲ ਇੰਟਰਨੈਸ਼ਨਲ, ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਹੈਡ ਟੂ ਸ਼ੈਲਫ ਦੈਟ ਲਾਅ, ਟਾਡਾ। ਬਟ ਨਾਓ BJP ਨੇ ਸਮਵੇਅਰ ਅਰਾਊਂਡ 2000 ਉਸ ਟਾਡਾ ਨੂੰ ਦੁਬਾਰਾ ਫਿਰ ਉਹਨੂੰ ਅਲਾਈਵ ਕੀਤਾ ਔਰ ਉਹਦਾ ਨਾਮ ਰੱਖ ਦਿੱਤਾ UAPA, UAPA। ਹੁਣ ਤੁਸੀਂ ਦੇਖੋਗੇ ਸਾਰੇ ਦੇਸ਼ ਵਿੱਚ ਜਿਹੜੇ ਚੰਗੇ ਚੰਗੇ ਬੰਦੇ ਨੇ, ਜਿਹੜੇ ਐਕਟਿਵਿਸਟ ਨੇ, ਜਿਹੜੇ ਵਿਸਲ ਬਲੋਅਰਸ ਨੇ, ਜਾਂ ਜਿਹੜੇ ਗਵਰਨਮੈਂਟ ਨੂੰ ਥੋੜ੍ਹਾ ਪਰੇਸ਼ਾਨ ਕਰਦੇ, ਉਹਨਾਂ 'ਤੇ ਬਹੁਤ ਜਗ੍ਹਾ ਦੇ ਉੱਤੇ UAPA ਲੱਗ ਰਿਹਾ। ਹੁਣ NSA 'ਤੇ ਤੁਸੀਂ ਗੱਲ ਕੀਤੀ, ਪੰਜਾਬ 'ਚ ਰੀਸੈਂਟਲੀ ਜਿਹੜਾ NSA ਲਾਇਆ ਗਿਆ, ਮੇਰੀ ਨਜ਼ਰ ਵਿੱਚ ਉਹ NSA ਗਲਤ ਲਾਇਆ ਗਿਆ ਵਾ। ਠੀਕ ਆ, ਸਮ ਐਲੀਮੈਂਟਸ ਇਨ ਪੰਜਾਬ ਵਰ ਟਰਾਈਂਗ ਟੂ ਕ੍ਰੀਏਟ ਏ ਸਿਕਿਉਰਿਟੀ ਇਸ਼ੂ ਫॉर ਦ ਗਵਰਨਮੈਂਟ। ਹਾਲਾਂਕਿ ਮੇਰਾ ਇਹ ਮੰਨਣਾ ਕਿ ਜਿਹੜਾ ਅੰਮ੍ਰਿਤਪਾਲ ਦਾ ਸਾਰਾ ਜੋ ਕੁਝ ਪ੍ਰਚਾਰ ਸੀਗਾ ਉਹ ਬੇਸਿਕਲੀ ਨੋਨ ਵਾਇਲੈਂਟ ਸੀਗਾ। ਉਹ ਇੱਕ ਤਾਂ ਪ੍ਰਚਾਰ ਕਰ ਰਿਹਾ ਸੀ ਕਿ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਜੀ, ਇੱਕ ਉਹ ਕਹਿ ਰਿਹਾ ਸੀਗਾ ਕਿ ਮੈਂ ਡਰੱਗਸ ਦੇ ਖਿਲਾਫ ਲੜਾਈ ਲੜਨੀ ਆ, ਇੱਕ ਉਹ ਪੰਜਾਬ ਦੇ ਨਾਲ ਹੋਈ ਡਿਸਕ੍ਰਿਮੀਨੇਸ਼ਨ ਨੂੰ ਗਿਣਾ ਰਿਹਾ ਸੀ ਲੋਕਾਂ ਨੂੰ। ਹਾਂ, ਇੱਕ ਗੱਲ ਉਹ ਕਰ ਰਿਹਾ ਸੀਗਾ ਆਊਟ ਆਫ ਦੀ ਕੌਨਸਟੀਟਿਊਸ਼ਨ ਜਾ ਕੇ ਕਿ ਮੈਨੂੰ ਇੱਕ ਸੈਪਰੇਟ ਕੰਟਰੀ ਦੀ ਡਿਮਾਂਡ ਕਰ ਰਿਹਾ, ਖਾਲਿਸਤਾਨ ਦੀ ਗੱਲ ਕਰ ਰਿਹਾ। ਹਾਲਾਂਕਿ ਸੁਪਰੀਮ ਕੋਰਟ ਨੇ ਹੁਣ ਰੂਲ ਕੀਤਾ ਹੋਇਆ ਕਿ ਮੇਅਰ ਲਫ਼ਜ਼ਾਂ ਨਾਲ ਗੱਲ ਕਹਿਣੀ, ਯੂ ਕੈਨ ਨਾਟ ਡਿਟੇਨ ਔਰ ਪਨਿਸ਼ ਅ ਪਰਸਨ, ਈਵਨ ਦੈਟ ਇਜ਼ ਅਲਾਊਡ, ਬਿਕੋਜ਼ ਸਾਡੇ ਸੰਵਿਧਾਨ ਦਾ ਜਿਹੜੇ ਬੇਸਿਕ ਫੰਡਾਮੈਂਟਲ ਰਾਈਟਸ ਨੇ ਉਹਦੇ 'ਚ ਆਪਾਂ ਰੋਜ਼ ਸੁਣਦੇ ਕਿ ਵੀ ਹੈਵ ਦ ਰਾਈਟ ਟੂ ਐਕਸਪ੍ਰੈਸ਼ਨ, ਵੀ ਹੈਵ ਦ ਰਾਈਟ ਟੂ ਸਪੀਚ। ਸੋ ਆਹ ਜਿਹੜੀ NSA ਲੱਗੀ ਆ, ਇਹ ਮੇਰੇ ਹਿਸਾਬ ਦੇ ਨਾਲ ਗਲਤ ਹੈ। ਹਾਂ, ਉਹਦੇ 'ਤੇ ਬਣਦੀ ਉਹਨੂੰ, ਅਗਰ ਉਹਨੇ ਫਰਜ਼ ਕਰੋ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਕੋਈ ਗਲਤ ਕੰਮ ਕੀਤਾ, ਉਹ ਉਸ ਵਕਤ ਕੋਈ ਉਸਨੇ ਜਾ ਕੇ ਉਹਦੇ ਬੰਦਿਆਂ ਨੇ ਭੰਨ ਤੋੜ ਕੀਤੀ, ਤੁਹਾਨੂੰ IPC ਲਾਅ ਪ੍ਰੋਵਾਈਡਸ ਕਿ ਤੁਸੀਂ ਬਣਦੀਆਂ IPC ਦੀਆਂ ਸੈਕਸ਼ਨਸ ਲਾ ਸਕਦੇ ਹੋ। ਯੂ ਕੈਨ ਅਪਲਾਈ ਦਿਸ ਸੈਕਸ਼ਨ ਕਾਲਡ 456, ਕਿਸੇ ਦੇ ਘਰ ਵਿੱਚ ਕਿਸੇ ਪ੍ਰੈਮਿਸਿਸ ਧੱਕੇ ਨਾਲ ਵੜਨਾ, 307 ਕਿਸੇ ਦੇ ਅਟੈਂਪਟ ਟੂ ਮਰਡਰ ਕਰਨਾ, ਲਾਓ, ਅਰੈਸਟ ਕਰੋ। ਉਹ ਗਵਰਨਮੈਂਟ ਨੇ ਲਾਇਆ ਨਹੀਂ। ਉਸ ਤੋਂ ਬਾਅਦ ਆ ਜਾਓ ਗੱਲ ਕਿ ਇੱਕ ਸੈਪਰੇਟ ਕੰਟਰੀ ਮੰਗਦਾ ਸੀ, ਉਹ ਵੀ ਗਲਤ ਮੰਨ ਲਈ ਆਪਾਂ, ਲੇਕਿਨ ਉਹਦਾ ਵੀ ਲਾਅ ਹੈਗਾ, ਸੈਡੀਸ਼ਨ ਚਾਰਜਸ ਲਾ ਦਿਓ ਤੁਸੀਂ। ਦੇयर इज़ अ ਸੈਕਸ਼ਨ ਇਨ ਦ ਕੌਨਸਟੀਟਿਊਸ਼ਨ, ਇਟਸ ਕਾਲਡ ਸੈਕਸ਼ਨ 153A। ਤੁਸੀਂ ਉਹ ਲਾਓ, ਉਹਨੂੰ ਡਿਟੇਨ ਕਰੋ, ਉਹਦੀ ਟਰਾਇਲ ਕਰੋ। NSA ਜਿਹੜਾ ਇਸ ਲਈ ਅਸੀਂ ਕਾਲਾ ਮੰਨਦੇ ਹਾਂ ਕਿ ਇਹਦੇ 'ਚ ਕੋਈ ਤੁਹਾਡੇ ਕੋਲ ਅਪੀਲ ਹੀ ਨਹੀਂ ਬਚਦੀ, ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਕੋਈ ਜ਼ਮਾਨਤ। 12 ਮਹੀਨਿਆਂ ਵਾਸਤੇ ਤੁਹਾਨੂੰ ਉਹ ਜਿੱਥੇ ਮਰਜ਼ੀ ਡਿਟੇਨ ਕਰ ਸਕਦੇ। ਦੇ ਹੈਵ ਟੇਕਨ ਆਲ ਦ ਪੀਪਲ ਟੂ ਅਸੈਮ। ਉਹ ਹਜ਼ਾਰਾਂ ਮੀਲ ਦੂਰ ਜੇਲ੍ਹ ਜਿਹੜੀ ਹੈਗੀ ਆ, ਨਾ ਇਹਨਾਂ ਨੂੰ ਮੌਸਮ ਪਚੇ, ਨਾ ਇਹਨਾਂ ਨੂੰ ਰੋਟੀ ਪਚੇ, ਨਾ ਇਹਨਾਂ ਨੂੰ ਜ਼ੁਬਾਨ ਸਮਝ ਆਵੇ। ਤਾਂ ਕਰਕੇ ਅਸੀਂ NSA ਦੇ ਵਿਰੋਧ ਕਰਦੇ ਹਾਂ। ਔਰ ਮੈਂ ਸਮਝਦਾ ਕਿ ਸਾਨੂੰ ਨਾਲੇ ਇੱਕ ਪਾਸੇ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਦੇ ਪਿੱਛੇ ਤੁਸੀਂ ਰੋਜ਼ ਦੇਖੋਗੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਆ, ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਸੀ। ਜਦ ਹੀ ਹੈਜ਼ ਪ੍ਰੋਵਾਈਡਡ ਫॉर ਐਵਰੀ ਸਿਚੁਏਸ਼ਨ, ਬਿਕੋਜ਼ ਬਾਬਾ ਸਾਹਿਬ ਅੰਬੇਦਕਰ ਨੈਵਰ ਇੰਟਰੋਡਿਊਸਡ NSA, ਹੀ ਨੈਵਰ ਇੰਟਰੋਡਿਊਸਡ ਟਾਡਾ ਔਰ UAPA। So there is no question that Punjab will ever accept such a draconian law. That's why we oppose it. ਤੇ ਹੁਣ ਤੁਸੀਂ ਲਾਅ ਐਂਡ ਆਰਡਰ ਦੀ ਜਦੋਂ ਗੱਲ ਕੀਤੀ ਹੈ, ਉਦੋਂ ਕੁਐਸਚਨ ਇਹ ਆਉਂਦਾ ਵੀ ਲਾਅ ਐਂਡ ਆਰਡਰ ਪੰਜਾਬ ਦਾ ਬਹੁਤ ਕੁਐਸਚਨੇਬਲ ਹੋ ਰਿਹਾ ਹੈ, ਕਿਉਂਕਿ ਜਿਵੇਂ ਅਸੀਂ ਵੇਖਿਆ ਕੱਲ੍ਹ ਹੀ ਇੱਕ ਲੈਟਰ ਰਿਸੀਵ ਹੋਇਆ ਜਿਹਦੇ 'ਚ ਬਠਿੰਡੇ 'ਚ ਬੰਬ ਧਮਾਕੇ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਡਾ ਪੰਜਾਬ ਦਾ ਆਪਣਾ ਪੁੱਤਰ ਸਿੱਧੂ ਮੂਸੇਵਾਲਾ, ਉਹਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਉਵੇਂ ਹੀ ਅੰਮ੍ਰਿਤਸਰ 'ਚ ਗੋਲਡਨ ਟੈਂਪਲ 'ਚ ਤੇ ਲੁਧਿਆਣੇ 'ਚ ਅਸੀਂ ਕੇਸਿਸ ਵੇਖੇ। ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੁਐਸਚਨੇਬਲ ਹੋ ਰਿਹਾ ਲਾਅ ਐਂਡ ਆਰਡਰ, ਅਤੇ ਅਸੀਂ ਸਾਨੂੰ ਕਿਹਨੂੰ ਬਲੇਮ ਕਰਨਾ ਚਾਹੀਦਾ ਹੈ, ਸਿਸਟਮ ਨੂੰ ਜਾਂ ਸਰਕਾਰ ਨੂੰ? ਓਕੇ, ਇਟਸ ਅ ਵੈਰੀ ਗੁੱਡ ਕੁਐਸਚਨ। ਸੀ ਲਾਅ ਐਂਡ ਆਰਡਰ ਇੱਕ ਇਸ਼ੂ ਬਹੁਤ ਵੱਡਾ। ਉਹਦੇ 'ਚ ਇੱਕ ਕਾਰਨ ਤਾਂ ਆਪਾਂ ਇਹ ਮੰਨ ਕੇ ਚੱਲੀਏ ਕਿ ਸਾਡੀ ਬਾਰਡਰ ਸਟੇਟ ਹੈਗੀ ਆ, ਤਾਂ ਜਿਹੜਾ ਸਾਡਾ ਗੁਆਂਢੀ ਦੇਸ਼ ਹੈਗਾ ਉਹ ਚਾਹੂਗਾ ਕਿ ਇਹ ਜਿਹੜੀ ਬਾਰਡਰ ਸਟੇਟਸ ਹੈ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਅਸੀਂ ਡਿਸਟਰਬਡ ਰੱਖੀਏ। ਇਹ ਹੁਣ ਸਾਡੀ ਐਫੀਸ਼ੀਐਂਸੀ ਆ, ਇਹ ਸਾਡਾ ਮਤਲਬ ਤੁਸੀਂ ਕਹਿ ਲਓ ਕਿ ਅਕਲਮੰਦੀ ਆ ਕਿ ਅਸੀਂ ਆਪਣੀ ਸਟੇਟ ਨੂੰ ਕਿੱਦਾਂ ਸੰਭਾਲਣਾ।
ਸੋ ਜੋ ਕੁਝ ਤੁਸੀਂ ਹੁਣ ਦੇਖ ਰਹੇ ਹੋ ਕਿ ਬੌਂਬ ਥ੍ਰੈਟਸ ਹੋ ਰਹੇ ਨੇ ਦਰਬਾਰ ਸਾਹਿਬ ਦੇ ਆਲੇ, ਇਟ ਇਜ਼ ਵੈਰੀ ਬੈਡ, ਇਟਸ ਹਾਈਲੀ ਕੰਡੈਮਨੇਬਲ। ਪਰ ਹੈਵਿੰਗ ਸੈਡ ਦੈਟ, ਇਹ ਜਿਹੜਾ ਕਈ ਵਾਰੀ ਲੈਟਰ ਆ ਜਾਂਦੀ ਆ, ਉਸ ਲੈਟਰ ਆ ਗਈ ਕਿ ਜੇ ਅਸੀਂ ਇੰਨੇ ਧਮਾਕੇ, ਇਹ ਕਈ ਵਾਰੀ ਹੋਕਸ ਕਾਲਸ ਵੀ ਹੁੰਦੀਆਂ ਬਹੁਤ ਜ਼ਿਆਦਾ, ਫਿਰ ਉਸ ਨੂੰ ਨਾ ਸਰਕਾਰ ਜਿਹੜੀ ਇਸਟੈਬਲਿਸ਼ਮੈਂਟ ਹੁੰਦੀ ਉਹਨੂੰ ਉਸ ਨੂੰ ਇਸਤੇਮਾਲ ਕਰਕੇ ਬਹੁਤ ਲੋਕਾਂ ਨੂੰ ਚੱਕ ਲੈਂਦੀ ਹੈ ਉਹਦੀ ਆੜ ਦੇ ਵਿੱਚ ਹੀ। ਤੁਸੀਂ ਦੇਖੋਗੇ ਜਿਹੜੇ ਬਹੁਤ ਸਾਰੇ, ਅਗਰ ਪੁਲਿਸ ਦੀ ਕੋਈ ਸਹੀ ਮਾਇਨਿਆਂ ਵਿੱਚ ਜਿੰਨੇ ਵੀ ਕ੍ਰਾਸ ਬਾਰਡਰ ਜਿਹੜੇ ਕੋਈ ਡਰੋਨਸ ਆਏ, ਕੋਈ ਰਿਕਵਰੀਜ਼ ਆਈਆਂ, ਅਗਰ ਇਹਨਾਂ ਨੂੰ ਡਿਸਪੈਸ਼ਨੇਟਲੀ ਕੋਈ ਇੰਡੀਪੈਂਡੈਂਟ ਗਰੁੱਪ ਸਟੱਡੀ ਕਰੇਗਾ, ਦੇयर ਆਰ ਲੋਟ ਆਫ ਥਿੰਗਸ ਵਿਚ ਆਰ ਫਾਲਸਲੀ ਪਲਾਂਟਡ ਜਸਟ ਟੂ ਗੋ ਇਨ ਫॉर ਮੈਸਿਵ ਰਿਪਰੈਸ਼ਨ। ਉਹਦੀ ਕੀ ਹੁੰਦਾ ਕਿ ਜਦੋਂ ਤੁਸੀਂ ਨੇਸ਼ਨ ਨੂੰ ਥ੍ਰੈਟ ਦੀ ਗੱਲ ਕਹਿੰਦੇ ਹੋ, ਉਹਦੀ ਆੜ ਵਿੱਚ ਤੁਸੀਂ ਜਿਹਨੂੰ ਮਰਜ਼ੀ ਚੱਕ ਲਓ, ਨੋਬਡੀ ਕੈਨ ਕੁਐਸਚਨ ਯੂ। ਸੋ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਦੀ ਇਹਦੇ ਵਿੱਚ ਪੁਲਿਸ ਦਾ ਵੀ ਰੋਲ ਹੈਗਾ ਵਾ। ਇੱਕ ਇਹਦੀ ਸਿਚੁਏਸ਼ਨ ਨੂੰ ਪ੍ਰੋਪੋਰਸ਼ਨ ਤੋਂ ਆਊਟ ਆਫ ਜ਼ਿਆਦਾ ਜਾ ਕੇ ਬਲੋ ਅਪ ਕਰਦੇ ਨੇ, ਤਾਂ ਕਿ ਇੱਕ ਤਾਂ ਇਹਨਾਂ ਨੂੰ ਸਿੰਪਥੀ ਰਵੇ, ਇੱਕ ਇਹਨਾਂ ਨੂੰ ਮੌਕਾ ਮਿਲ ਜੇ ਕਿ ਜਿਹੜੇ ਵੀ ਬੰਦਿਆਂ ਨੂੰ ਅਸੀਂ ਕਰਨਾ ਹੈਗਾ ਹਰਾਸ। ਸੋ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਸੀ, ਦੈਟ ਇਜ਼ ਏ ਇੰਟਰਨਲ ਸਿਕਿਉਰਿਟੀ ਮੈਟਰ, ਦੈਟ ਇਜ਼ ਨਾਟ ਏ ਕ੍ਰਾਸ ਬਾਰਡਰ ਔਰ ਨਾਟ ਐਨ I wouldn't say it's an act of terror। ਹੁਣ ਉਹਦੇ ਵਿੱਚ ਕੀ ਫੇਲੀਅਰ ਹੋਈ ਗਵਰਨਮੈਂਟ ਦੀ, ਉਹਦਾ ਪਰਿਵਾਰ ਅੱਜ ਤੱਕ ਰੋਂਦਾ ਫਿਰਦਾ ਕਿ ਸਾਡੇ ਬੱਚਿਆਂ ਨੂੰ, ਔਰ ਜਦੋਂ ਉਹ ਰੋ ਹੀ ਰਿਹਾ ਸੀਗਾ ਤੇ ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਹੈ ਜਿੱਦਾਂ ਲਾਰੈਂਸ ਬਿਸ਼ਨੋਈ 'ਤੇ, ਉਹਦੀ ਇੰਟਰਵਿਊ ਜੇਲ੍ਹ 'ਚੋਂ ਆ ਗਈ ਹੈ। ਹੁਣ ਅੱਜ ਮੇਰਾ ਖਿਆਲ 3 ਮਹੀਨੇ ਹੋ ਗਏ ਹੋਣੇ ਆ, ਪੰਜਾਬ ਸਰਕਾਰ ਨੇ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ ਕਿ ਇਹ ਕਿੱਥੇ ਇੰਟਰਵਿਊ ਹੋਈ ਆ, ਸਿਰਫ ਇਹ ਕਹਿ ਦਿੱਤਾ ਕਿ ਸਾਡੀ ਜੇਲ੍ਹ 'ਚ ਨਹੀਂ ਹੋਈ। ਬਟ ਪੰਜਾਬ ਸਰਕਾਰ ਦਾ ਉਹਦੀ ਕਸਟਡੀ 'ਚ ਸੀਗਾ, ਉਹਦੀ ਕਸਟਡੀ 'ਚ ਰਿਹਾ ਵਾ, ਸ਼ਾਇਦ ਹੁਣ ਵੀ ਹੈਗਾ ਵਾ। ਤਾਂ ਇਹ ਪੰਜਾਬ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣਦੀ ਸੀਗੀ ਕਿ ਅਸੀਂ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਅਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਹ ਤਾਂ ਦੱਸੀਏ ਨਾ ਕਿ ਇੰਟਰਵਿਊ ਕਿੱਥੇ ਹੋਈ ਹੈ, ਹਾਊ ਡਿਡ ਹੀ ਮੈਨੇਜ ਦਿਸ ਇੰਟਰਵਿਊ, ਹਾਊ ਵਾਜ਼ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡਡ ਟੂ ਹਿਮ ਵਾਈਲ ਬੀਇੰਗ ਇਨ ਜੇਲ। ਸੋ ਇਸ ਤਰ੍ਹਾਂ ਹੁੰਦਾ ਵਾ ਕਿ ਲਾਅ ਐਂਡ ਆਰਡਰ ਦਾ ਫਿਰ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ। ਜਿਹੜੇ ਵੀ ਦੇਸ਼ਾਂ ਨੇ ਤਰੱਕੀ ਕੀਤੀ ਹੈ, ਲੈਟ ਮੀ ਟੈਲ ਯੂ, ਜਿਨ੍ਹਾਂ ਕੰਟਰੀਜ਼ ਨੂੰ ਸਾਡੇ ਬੱਚੇ ਜਾ ਰਹੇ ਨੇ, ਆਲ ਦ ਵੈਸਟਰਨ ਕੰਟਰੀਜ਼ ਐਂਡ ਯੂਰਪ, ਉਹ ਤਾਂ ਜਾ ਰਹੇ ਨੇ ਬਿਕੋਜ਼ ਦੇਰ ਇਜ਼ ਰੂਲ ਆਫ ਲਾਅ। ਉਹਨਾਂ ਦੇਸ਼ਾਂ ਨੇ ਤਾਂ ਤਰੱਕੀ ਕੀਤੀ। ਵਨ ਵੈਰੀ ਗੁੱਡ ਐਗਜ਼ਾਮਪਲ ਆਈ ਕੈਨ ਗਿਵ ਯੂ, ਲੇਟੈਸਟ ਇਜ਼ ਦੁਬਈ। ਬੇਸਿਕਲੀ ਦੁਬਈ ਨੇ ਕੀ ਕੀਤਾ, ਉਹਨਾਂ ਦੇ ਕੋਲ ਕੁਛ ਵੀ ਨਹੀਂਗਾ, ਲੋਕਾਂ ਨੂੰ ਐਂ ਲੱਗਦਾ ਕਿ ਉਹਦੇ ਥੱਲੇ ਤੇਲ ਵੀ ਹੈ ਨਹੀਂਗਾ। ਉਹਨਾਂ ਨੇ ਆਪਣੀ ਰੂਲ ਆਫ ਲਾਅ ਐਸਟੈਬਲਿਸ਼ ਕੀਤਾ, ਉਹਨੇ ਆਪਣੀ ਕ੍ਰੈਡੀਬਿਲਿਟੀ ਬਣਾਈ, ਦੁਨੀਆ ਨੂੰ ਦੱਸਿਆ ਕਿ ਇੱਥੇ ਇਹ ਜਿਹੜਾ ਕਾਨੂੰਨ ਹੈ ਇਹਨੂੰ ਕੋਈ ਬੈਂਡ ਨਹੀਂ ਕਰ ਸਕਦਾ, ਇਹ ਸਭ ਲਈ ਯੂਨੀਵਰਸਲ ਹੋਵੇਗਾ, ਚਾਹੇ ਸ਼ੇਖ ਆ ਅਤੇ ਚਾਹੇ ਕੋਈ ਹੋਰ ਆ, ਇੱਥੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਦਾ ਇਫੈਕਟ ਇਹ ਪਿਆ ਕਿ ਦੁਨੀਆ ਭਰ 'ਚੋਂ ਇਨਵੈਸਟਮੈਂਟ ਦੁਬਈ 'ਚ ਆਉਣ ਲੱਗੀ। ਜਿਹੜਾ ਦੁਬਈ ਦੀ ਕਰੰਸੀ ਅੱਜ ਤੋਂ 35 ਸਾਲ ਪਹਿਲਾਂ ਸ਼ਾਇਦ ਸਾਡਾ 1 ਰੁਪਇਆ ਉੱਥੇ 2-3 ਦਰਾਮ ਬਣ ਜਾਂਦੇ ਸੀਗੇ। ਆਈ ਐਮ ਨਾਟ ਸ਼ੋਰ ਐਟ ਦਿਸ ਪੁਆਇੰਟ ਆਫ, ਉਹਨਾਂ ਨੇ ਰਿਵਰਸ ਕਰਤਾ ਟ੍ਰੈਂਡ, ਅੱਜ ਉਹਨਾਂ ਦਾ 1 ਦਰਾਮ ਅਤੇ ਸ਼ਾਇਦ ਸਾਡੇ 20-22 ਰੁਪਈਏ ਬਣਦੇ ਨੇ। ਐਂਡ ਇੰਨੀ ਤਰੱਕੀ ਕੀਤੀ ਜਿਹੜਾ ਆਪਾਂ ਸਾਰੇ ਦੇਖ ਹੀ ਰਹੇ ਔਨ ਦਾ ਸੋਸ਼ਲ ਮੀਡੀਆ। ਆਈ ਥਿੰਕ ਦੁਬਈ ਹੈਜ਼ ਵਿਦਿਨ 35 years reached, I would say surpassed even Western countries like the US and UK and all these other countries, because ਉਹਨਾਂ ਨੇ ਪਹਿਲਾਂ ਰੂਲ ਆਫ ਲਾਅ ਐਸਟੈਬਲਿਸ਼। ਹੁਣ ਸਾਡੇ ਦੇਸ਼ ਵਿੱਚ ਸਭ ਤੋਂ ਕਮੀ ਇਸ ਗੱਲ ਦੀ ਕਿ ਸਾਡਾ ਕਾਨੂੰਨ ਜਿਹੜਾ ਵਾ ਉਹ ਕੀ ਕਹਿੰਦੇ, ਮੋਮ ਦੇ ਨੱਕ ਵਾਂਗੂ, ਕੋਈ ਇੱਧਰ ਕਰ ਲਓ ਇੱਧਰ ਕਰ ਲਓ। ਤਾਕਤਵਰ ਲਈ ਹੋਰ ਕਾਨੂੰਨ ਹੈ, ਗਰੀਬ ਵਾਸਤੇ ਹੋਰ ਕਾਨੂੰਨ ਹੈ, ਅਤੇ ਇਹਨਾਂ ਹਾਲਾਤਾਂ ਵਿੱਚ ਫਿਰ ਕਦੀ ਜ਼ਿੰਦਗੀ 'ਚ ਤਰੱਕੀ ਨਹੀਂ ਹੋ ਸਕਦੀ। ਸੋ ਲਾਅ ਐਂਡ ਆਰਡਰ ਅਕੋਰਡਿੰਗ ਟੂ ਮੀ, ਗਿਵਨ ਐ ਓਪਰਚੁਨਿਟੀ, law and order ਇਹੋ ਜਿਹੀ ਹੈ ਕਿ it should not be compromised in any case, in any matter or in any situation at all। ਸਿਮਿਲਰਲੀ ਅਸੀਂ ਜੇ ਗੱਲ ਕਰੀਏ ਨਸ਼ੇ ਦੀ, ਜੋ ਕਿ ਸਭ ਤੋਂ ਵੱਡਾ ਇਸ਼ੂ ਹੈ ਪੰਜਾਬ 'ਚ, 2017 'ਚ ਵੀ ਕੈਪਟਨ ਅਮਰਿੰਦਰ ਸਿੰਘ ਗਿੱਲ ਜੀ ਦੀ ਜਦੋਂ ਗਵਰਨਮੈਂਟ ਆਈ ਸੀ, ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰ ਦਾਂਗੇ। ਪਿਛਲੇ ਸਾਲ ਵੀ ਆਮ ਆਦਮੀ ਪਾਰਟੀ ਦੇ ਵੀ ਦਾਅਵਾ ਕੀਤਾ ਕਿ ਪੰਜਾਬ 'ਚ ਨਸ਼ੇ 'ਤੇ ਕੰਮ ਕੀਤਾ ਜਾਊਗਾ। ਬਟ ਸਾਡੀ ਕਿਉਂ ਇਹੋ ਜਿਹਾ ਹੋ ਰਿਹਾ ਵੀ ਸਾਡੀ ਫਿਰ ਵੀ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਹੋਰ ਜਾ ਰਹੀ ਹੈ? ਆਲਰਾਈਟ, ਦੇਖੋ ਡਰੱਗਸ ਜਿਹੜਾ ਨਾ ਜੀ, ਦਿਸ ਇਜ਼ ਕਨੈਕਟਡ ਡਾਇਰੈਕਟਲੀ with job opportunities and the economic situation of any state। drugs ਵੈਸੇ ਤਾਂ ਸਾਰੀ ਦੁਨੀਆ 'ਚ ਕਰਦੇ ਲੋਕੀ, ਬਟ ਉਹ ਕਰਦੇ ਨੇ for what should I say, to gain some sort of pleasure। ਇੱਥੇ ਬਹੁਤ ਸਾਰਾ ਡਰੱਗ ਐਡਿਕਟਸ ਜਿਹੜੇ ਨੇ ਉਹ ਮਜਬੂਰੀ 'ਚ ਨੇ। ਮੈਂ ਤੁਹਾਨੂੰ ਦੱਸ ਦੇਣਾ, ਲੈਟਸ ਸੇ ਕੋਈ ਬੱਚਾ ਪੜ੍ਹਿਆ ਵਾ, ਉਹਨੇ ਪੋਸਟ ਗ੍ਰੈਜੂਏਸ਼ਨ ਕਰ ਲਈ ਜਾਂ ਇਹ ਤੋਂ ਵੀ ਜ਼ਿਆਦਾ ਪੜ੍ਹ ਲਿਆ, ਐਂਡ ਇਟ ਡਜ਼ਨਟ ਹੈਵ ਅ ਜੋਬ। ਘਰ ਦੇ ਵਿੱਚ ਉਹਨੂੰ ਕੋਈ ਸਸਟੇਨ ਕਰਨ ਲਈ ਉਹਦੇ ਕੋਈ ਸਾਧਨ ਨਹੀਂ ਹੈਗੇ, ਉਹਦੇ ਮਾਂ ਪਿਓ ਨੂੰ ਕੋਈ ਇੱਦਾਂ ਦਾ ਖਰਚਾ ਨਹੀਂ ਦੇ ਸਕਦੇ। ਉਹਦੇ ਇਹ ਜਿਹੜਾ ਇਸ ਵਕਤ ਸਿਨੈਰੀਓ ਹੈਗਾ ਵਾ, ਇਹ ਜਿਹੜਾ ਜਿੰਨਾ ਯੂਥ ਡਿਸਇਲੂਜ਼ਨ ਹੋਇਆ ਨਾ, ਦੇ ਆਰ ਵੈਰੀ ਈਜ਼ੀ ਪ੍ਰੇ ਟੂ ਡਰੱਗਸ। ਫਰਜ਼ ਕਰੋ ਸ਼ਾਮ ਨੂੰ ਚਲ ਤੁਹਾਡੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਕੁਛ ਬੱਚੇ ਇਕੱਠੇ ਹੁੰਦੇ ਨੇ ਦੇ ਉਹ ਇੱਕ ਦੂਜੇ ਨੂੰ ਕਹਿੰਦੇ ਯਾਰ ਤੂੰ ਛੱਡ, ਤੈਨੂੰ ਟੈਨਸ਼ਨ ਕਾਹਦੀ, ਤੈਨੂੰ ਨੌਕਰੀ ਤਾਂ ਚਲੋ ਮਿਲ ਜੂ ਨਹੀਂ ਮਿਲੂਗੀ, ਚੱਲ ਆਪਾਂ ਚੱਲਦੇ ਹਾਂ, ਤੈਨੂੰ ਮੈਂ ਦਿਖਾਉਣਾ। ਇਹ ਜਿਹੜੇ ਡਰੱਗਸ ਨੇ, ਵੈਦਰ ਇਟ ਇਜ਼ ਕੋਕੇਨ, ਵੈਦਰ ਇਟ ਇਜ਼
ਵਟਐਵਰ ਸਮੈਕ ਕਹਿੰਦੇ ਨੇ, ਔਰ ਈਵਨ ਆਈ ਵੁੱਡ ਸੇ ਕਿ ਜਿਹੜੀਆਂ ਲੈਜੀਟੀਮੇਟ ਡਰੱਗਸ ਨੇ ਜਿੱਦਾਂ ਐਲਕੋਹਲ ਵਗੈਰਾ ਹੈਗੀ ਆ, ਇਹ ਸਾਰੇ ਬੇਸਿਕਲੀ ਕੀ ਹੈਗੇ, ਇਹ ਟੈਂਪਰੇਰੀ ਦੇ ਗਿਵ ਯੂ ਵਾਟ ਸ਼ੁਡ ਆਈ ਸੇ, ਇਹ ਮੂਡ ਐਨਹੈਂਸਰਸ ਆ। ਟੈਂਪਰੇਰੀ ਤੁਸੀਂ ਪੀਂਦੇ ਹੋ ਜਾਂ ਜਿਹੜਾ ਵੀ ਕੋਈ ਬੰਦਾ ਕਰ ਰਿਹਾ, ਹੀਰੋਇਨ ਵਗੈਰਾ ਦਾ ਕਰ ਰਿਹਾ ਜਾਂ ਚਿੱਟਾ ਅੱਜ ਕੱਲ੍ਹ ਚੱਲਦਾ, ਇਹ ਟੈਂਪਰੇਰੀ ਮੂਡ ਐਨਹੈਂਸਰਸ ਆ। 2-3 ਘੰਟੇ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਪਤਾ ਨਹੀਂ ਦੁਨੀਆ 'ਚ ਕੀ ਪਾ ਲਿਆ, ਬਟ ਵੰਸ ਦ ਡਰੱਗਸ ਦੀ ਇਫੈਕਟ ਇਜ਼ ਆਊਟ ਯੂ ਫੀਲ ਵੈਰੀ ਡਿਪਰੈਸਡ। ਬਟ ਵੰਸ ਯੂ ਆਰ ਇਨ ਦੈਟ ਵਿਸ਼ੀਅਸ ਸਾਈਕਲ ਆਫ ਡਰੱਗਸ, ਉਹ ਬਹੁਤ ਔਖਾ, ਤਾਂ ਹੀ ਉਹ ਡੀ ਐਡਿਕਸ਼ਨ ਸੈਂਟਰ ਜਾ ਕੇ ਕਈਆਂ ਦਾ ਛੁੱਟਦਾ ਵਾ। ਸੋ ਮੇਰਾ ਮੰਨਣਾ ਵਾ ਕਿ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ। ਅੱਜ ਦੀ ਸਰਕਾਰ ਇੱਕ ਨਹੀਂ, ਮਗਰਲੀਆਂ 2-4 ਨਹੀਂ। ਇਹ ਜਦੋਂ ਅਨਐਮਪਲੋਇਮੈਂਟ ਦਾ ਮਸਲਾ ਸ਼ੁਰੂ ਹੋਇਆ ਉਦੋਂ ਹੀ ਸਰਕਾਰ ਨੂੰ ਜਾਗਣਾ ਚਾਹੀਦਾ ਸੀਗਾ। ਪੰਜਾਬ ਨੂੰ ਇੰਡਸਟਰੀਲਾਈਜ਼ ਕਰਨਾ ਚਾਹੀਦਾ ਸੀਗਾ, ਐਗਰੋ ਇੰਡਸਟਰੀ ਇੰਪਰੂਵ ਕਰਨੀ ਚਾਹੀਦੀ ਸੀ, ਪਾਕਿਸਤਾਨ ਨਾਲ ਬਾਰਡਰ ਖਿਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਸੋ ਦੈਟ ਦੇਰ ਇਜ਼ better economic situation. Now situation in Punjab is that farmers are committing suicides, farm labourers are depressed, ਸਾਡੀ ਇੰਡਸਟਰੀ ਇਸ ਵੇਲੇ on the down trend ਹੈਗੀ ਆ। ਸੋ ਸਾਡੇ ਬੱਚੇ ਕੀ ਕਰਨ? ਹੁਣ ਤੁਸੀਂ ਦੇਖੋਗੇ ਆਈ ਵੁੱਡ ਜਸਟ ਸੇ ਰੈਂਡਮਲੀ ਕਿ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ 3 ਕਰੋੜ ਦੀ ਆਬਾਦੀ 'ਚੋਂ 25 ਲੱਖ ਬੱਚਾ ਤਾਂ ਸਾਡਾ ਹਵਾ ਦੇ ਵਿੱਚ ਹੈਗਾ ਜਿਹੜਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ। ਤਾਂ ਕਿੱਥੇ ਜਾਊਗਾ? ਗਵਰਨਮੈਂਟ ਜੌਬਸ ਕਿੰਨੀਆਂ ਦੇ ਸਕਦੀ? ਗਵਰਨਮੈਂਟ ਜੌਬਸ ਟੋਟਲ 4 ਲੱਖ ਆ, ਮੰਨ ਲਿਆ ਉਹਦੇ 'ਚੋਂ ਲੱਖ ਜਾਂ 1.5 ਲੱਖ ਖਾਲੀ ਹੋਊਗੀ, 1.5 ਲੱਖ ਬੱਚਾ, ਬਾਕੀ 23.5 ਲੱਖ ਕਿੱਥੇ ਬੱਚਾ ਜਾਊਗਾ? ਤਾਂ ਹੀ ਉਹ ਬੱਚਿਆਂ 'ਚ ਟ੍ਰੈਂਡ ਬਣਿਆ ਕਿ ਉਹਨਾਂ ਨੇ ਫਟਾਫਟ ਆਇਲਸ ਦੇ ਕੋਰਸਿਸ ਕਰਕੇ ਦੇਸ਼ਾਂ 'ਚ ਭੱਜਣ ਲੱਗ ਗਏ, ਭੱਜਦੇ ਸਾਡੀ ਹਾਇਰ ਐਜੂਕੇਸ਼ਨ ਇਜ਼ ਔਨ ਅ ਫਲੋਪ। ਤੁਸੀਂ ਆਪਣੀ ਪੰਜਾਬ ਯੂਨੀਵਰਸਿਟੀ ਦਾ ਮੈਨੂੰ ਦੱਸ ਰਹੇ ਸੀ ਕਿ ਮੋਸਟਲੀ ਕੋਰਸਿਸ ਖਾਲੀ ਪਏ ਨੇ। ਇਹ ਕਦੀ ਹੋਇਆ ਨਹੀਂ ਸੀ ਪਹਿਲਾਂ, ਐਡਮਿਸ਼ਨ ਮਿਲਦੀ ਨਹੀਂ ਸੀ ਸਾਡੇ ਟਾਈਮ ਦੇ ਉੱਤੇ, ਬਟ ਦ ਟ੍ਰੈਂਡ ਇਜ਼ ਸੋ ਐਂਡ ਇਹ ਸਾਰੇ ਜਿਹੜੀ ਇਹ ਜਦੋਂ ਇੱਦਾਂ ਦੀ ਸਿਚੁਏਸ਼ਨ ਆ then the field is open for any sort of allurement to drugs. And adding to this this problem is of course our neighbouring country again. ਉਹ ਤਾਂ ਚਾਹੁੰਦੇ ਨੇ ਕਿ ਪੰਜਾਬ ਤੇ ਜੰਮੂ ਕਸ਼ਮੀਰ ਇਹ ਸਾਰੀਆਂ ਸਟੇਟਸ ਡਿਸਟਰਬਡ ਰਹਿਣ, ਐਂਡ ਆਈ ਐਮ ਕੁਆਇਟ ਸ਼ੋਰ ਕਿ ਡਰੱਗਸ ਵਗੈਰਾ ਸਾਰੇ ਕ੍ਰਾਸ ਬਾਰਡਰ ਵੀ ਕਾਫੀ ਆਉਂਦੇ ਨੇ। ਇਹਦੇ 'ਚ ਕੋਈ ਗੁਨਾਹ ਨਹੀਂ, ਇਹਦੇ 'ਚ ਕੋਈ ਗਲਤ ਗੱਲ ਨਹੀਂ ਗੀ, ਪਰ ਸਿੰਥੈਟਿਕ ਡਰੱਗਸ ਪੰਜਾਬ ਦੇ ਵਿੱਚ ਤੇ ਦਿੱਲੀੋਂ ਤੇ ਪਤਾ ਨਹੀਂ ਇਹਦੇ 'ਚ ਲੋਟ ਆਫ ਇੰਟਰਨੈਸ਼ਨਲ ਪੀਪਲ ਹੈਵ ਕਮ ਇਨ। ਸੋ ਇਹ ਉੱਧਰਲੇ ਰੂਟ ਤੋਂ ਵੀ ਆ ਕੇ ਤੇ ਬੱਚਿਆਂ ਦੀ ਲਾਈਫਸ ਨੂੰ ਡਿਸਟਰੋਏ ਕਰ ਰਹੇ ਨੇ। ਇਹ ਜਿਹੜਾ ਕਹਿ ਦਿੰਦੇ ਨਾ ਪੋਲੀਟੀਸ਼ੀਅਨ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਜੀ 1 ਮਹੀਨੇ 'ਚ ਖਤਮ, ਦੇ ਕੈਨੋਟ ਡੂ ਇਟ, ਉਹ ਝੂਠ ਬੋਲਦੇ ਨੇ। ਅਮਰਿੰਦਰ ਸਿੰਘ ਦਾ ਵੀ ਝੂਠ ਸਾਬਤ ਹੋ ਗਿਆ। ਕੇਜਰੀਵਾਲ ਨੇ ਕਿਹਾ ਮੈਂ ਮਹੀਨੇ 'ਚ ਡਰੱਗਸ ਬੰਦ ਕਰਨ, ਕਰੀ ਨਹੀਂ ਹੋਣਾ, ਕਿਉਂਕਿ ਜਦ ਤੱਕ ਤੁਸੀਂ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਦਿਖਾਓਗੇ ਉਹ ਡਿਸਇਲੂਜਨ ਰਹਿਣਗੇ। 25 ਲੱਖ ਵਿੱਚੋਂ ਚਲੋ ਮੰਨ ਲਿਆ ਕਿ ਲੈਟਸ ਸੇ 20 ਲੱਖ ਬੜਾ ਸਿਆਣਾ ਵਾ, 5 ਲੱਖ ਤਾਂ ਤੁਹਾਡਾ ਹੈਗਾ ਨਾ ਜਿਹੜਾ ਟਾਰਗੇਟ ਹੈ, ਸਿਟਿੰਗ ਟਾਰਗੇਟ ਫॉर ਹੈਵਿੰਗ ਡਰੱਗਸ। So drugs is a menace which is directly connected with employment, with the economic conditions of the state and also the future of the youth. ਤੇ ਹੁਣ ਇੰਨੇ ਕੇਸਿਸ ਹੋਣ ਤੋਂ ਬਾਵਜੂਦ ਵੀ ਅਨਇੰਪਲੋਇਮੈਂਟ, ਸੁਸਾਈਡ, ਡਰੱਗਸ, ਫਿਰ ਵੀ ਅਸੀਂ ਜੇ ਜਲੰਧਰ ਬਾਈਪੋਲਸ ਵੇਖੀਏ ਫਿਰ ਵੀ ਕਿਉਂ ਲੋਕੀ ਸਪੋਰਟ ਕਰਦੇ ਅੱਜ ਦੀ ਸਰਕਾਰ ਨੂੰ, ਕਿਉਂ ਹੈ ਜੀ? ਲੋਕਾਂ ਕੋਲ ਆਪਸ਼ਨ ਕੀ ਹੈ ਜੀ? ਲੋਕਾਂ ਕੋਲ ਆਪਸ਼ਨ ਸੀਗੀਆਂ 3-4 ਪਾਰਟੀਆਂ। ਹੁਣ ਜਿਹੜੀ ਵੈਸੇ ਜਿਮਨੀ ਚੋਣਾਂ ਨੇ, ਬਾਈ ਇਲੈਕਸ਼ਨ ਨੇ, ਇਹਦਾ ਟਰੈਕ ਰਿਕਾਰਡ ਕਢਾਓ। ਇਹਦੇ 'ਚ ਗਵਰਨਮੈਂਟ ਦਾ ਐਡਾ ਵੱਡਾ ਰੋਲ ਹੁੰਦਾ ਕਿ ਸਰਕਾਰ 98-95% ਜਿਮਨੀ ਚੋਣ ਹਾਰਦੀ ਨਹੀਂ ਗਈ। ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਇਹ ਸੰਗਰੂਰ ਦੀ ਇਲੈਕਸ਼ਨ ਜਿਹੜੀ ਹਾਰੀ ਆ, ਉਦੋਂ ਇਹ ਨਵੇਂ ਆਏ ਸੀ, ਇਹਨਾਂ ਨੂੰ ਟ੍ਰਿਕਸ ਆਫ ਦ ਟ੍ਰੇਡ ਨਹੀਂ ਸੀ ਪਤਾ। ਹੁਣ ਸਰਕਾਰ ਸਰਪੰਚਾਂ ਨੂੰ ਦਬਾ ਲੈਂਦੀ ਆ ਕਿ ਤੁਹਾਨੂੰ ਅਸੀਂ ਗਰਾਂਟਾਂ ਨਹੀਂ ਦੇਣੀਆਂ, ਤੁਹਾਡੀਆਂ ਇਨਕੁਆਇਰੀਆਂ ਖੋਲ੍ਹ ਲਾਂਗੇ, ਬੰਦੇ ਦੇ ਪੁੱਤ ਬਣ ਕੇ ਸਾਡੇ ਨਾਲ ਚੱਲੋ। ਸਾਰੇ ਕਾਉਂਸਲਰਸ ਚੱਕ ਲੈਂਦੇ ਨੇ, ਜਿਹੜੇ ਇੰਡਸਟਰੀਅਲ ਹਾਊਸਿਸ ਨੇ ਉਹਨਾਂ ਨੂੰ ਦਬਾ ਲੈਂਦੇ ਨੇ, ਇੱਥੋਂ ਤੱਕ ਕਿ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਦੀਆਂ ਬਾਹਾਂ ਮਰੋੜਦੇ ਨੇ ਕਿ ਜੇ ਸਾਡਾ ਵਿਰੋਧ ਕੀਤਾ ਤੇ ਪਰਚੇ ਦਰਜ ਕਰਾਂਗੇ। ਹੋਰ ਨਹੀਂ ਕੁਝ ਕਰਨਾ ਤਾਂ ਆਪੋਜੀਸ਼ਨ ਨੂੰ ਸਾਇਲੈਂਟ ਕਰਨਾ ਹੀ ਕਾਫੀ ਹੁੰਦਾ ਵਾ। ਸੋ ਇੰਨੇ ਟ੍ਰਿਕਸ ਨੇ, ਔਰ ਪੰਜਾਬ ਦੀ ਸਰਕਾਰ ਨੇ ਬੇਤਹਾਸ਼ਾ ਪੈਸਾ, ਸ਼ਰਾਬ, ਜਿਹੜੀ ਪਾਰਟੀ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ ਰਾਜਨੀਤੀ 'ਚ, ਦੇ ਆਰ ਡੂਇੰਗ। ਇਨਫੈਕਟ ਆਈ ਵੁੱਡ ਸੇ ਕਿ ਇਹਨਾਂ ਨੇ ਪੁਰਾਣੀਆਂ ਪਾਰਟੀਆਂ ਦਾ ਰਿਕਾਰਡ ਤੋੜ ਕੇ ਇਹ ਇਲੈਕਸ਼ਨ ਜਿੱਤੇ। ਇਹ ਇਲੈਕਸ਼ਨ ਇੱਕ I would not call this as a mandate of the people. This is a procured mandate of the government. ਇਲੈਕਸ਼ਨ ਜਿਹੜੀ ਆਊਗੀ ਉਹ 2024 ਦੀ, ਜਦੋਂ 13 ਸੀਟਾਂ 'ਤੇ ਪੰਜਾਬ ਦੇ ਪਾਰਲੀਮੈਂਟ 'ਚ ਇਲੈਕਸ਼ਨ ਹੋਊਗੀ, ਉਹਦਾ ਜਿਹੜਾ ਰਿਜ਼ਲਟ ਆਵੇਗਾ ਉਹ ਤੁਹਾਡੇ ਸਾਹਮਣੇ ਇੱਕ ਜੈਨੂਅਨ ਮੈਂਡੇਟ ਹੋਵੇਗਾ। ਅਤੇ ਜੇ ਅਸੀਂ ਗੱਲ ਕਰੀਏ ਜਿਵੇਂ ਭਗਵੰਤ ਮਾਨ ਜੀ ਨੇ ਵੀ ਕਿਹਾ ਸੀ ਕਿ 27,000 ਨੌਕਰੀਆਂ ਲੋਕਾਂ ਨੂੰ ਦਿੱਤੀ ਜਾਣਗੀਆਂ ਉਹਨਾਂ ਦੇ ਸਕਿੱਲ ਦੇ ਅਕੋਰਡਿੰਗ। ਅਤੇ ਹੁਣ ਜੇ ਅਸੀਂ ਕਹੀਏ ਜਿਵੇਂ ਪੰਜਾਬ ਯੂਨੀਵਰਸਿਟੀ ਜਿੱਥੇ ਸਕਿੱਲ ਸਿਖਾਈ ਜਾਂਦੀ ਹੈ ਉੱਥੇ ਹੀ ਸੀਟਾਂ ਖਾਲੀਆਂ ਨੇ, ਅਤੇ ਫਿਰ ਸਕਿੱਲਫੁਲ ਇੰਪਲੋਏ ਸਾਨੂੰ ਮਿਲਣਗੇ ਹੀ ਕਿਵੇਂ? ਦੇਖੋ ਗੱਲ ਇਹ ਹੈਗੀ ਕਿ ਸਰਕਾਰਾਂ ਦਾ ਕੰਮ ਕੀ ਹੁੰਦਾ ਵਾ ਕਿ ਜਿਹੜਾ ਵੀ ਕੰਮ ਕਰਨਾ ਉਹਦੀ ਹਾਈਪ ਜ਼ਿਆਦਾ ਬਣਾਉਣੀ ਆ। ਆਮ ਆਦਮੀ ਪਾਰਟੀ ਤਾਂ ਪ੍ਰੋਫੈਸ਼ਨਲ ਹੈਗੀ ਪਾਰਟੀ। ਇੱਕ ਵਾਰੀ ਦਿੱਲੀ ਸ਼ਾਇਦ ਇਹਨਾਂ ਨੇ ਪਤਾ ਨਹੀਂ ਕਿਹੜੀ ਇੱਕ ਮਸ਼ੀਨ ਖਰੀਦੀ ਸੀਗੀ ਜਿਹੜੀ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਲੀ ਮਸ਼ੀਨ ਸੀਗੀ। ਫਰਜ਼ ਕਰੋ ਉਹ ਮਸ਼ੀਨ ਦੀ ਕੀਮਤ 1 ਕਰੋੜ ਰੁਪਇਆ ਸੀ,
ਉਹਦੇ ਤੇ ਉਹਦੀ ਪਬਲਿਸਿਟੀ ਕਰਨ ਤੇ 10 ਕਰੋੜ ਰੁਪਏ ਖਰਚਾ। ਈਵਨ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਨੌਕਰੀ ਇੱਥੇ ਦਿੰਦੇ ਨੇ, ਬਿਜਲੀ ਮੁਫਤ ਇੱਥੇ ਦਿੰਦੇ ਨੇ, ਪਬਲਿਸਿਟੀ ਸਾਰੇ ਦੇਸ਼ ਵਿੱਚ ਹੋ ਰਹੀ ਹੈ, ਬਹੁਤ ਪੈਸਾ ਖਰਚ। ਸੋ ਇਹ ਜਿਹੜਾ ਕਹਿੰਦੇ ਨੇ ਕਿ ਚਲੋ ਮੰਨ ਲਿਆ 27,000 ਨੌਕਰੀਆਂ ਉਹਨਾਂ ਨੇ ਦਿੱਤੀਆਂ, ਬਟ ਵਾਟ ਅਬਾਊਟ ਲਾਈਕ ਆਈ ਸੈਡ ਕਿ 25 ਲੱਖ ਨੌਜਵਾਨ ਬੇਰੁਜ਼ਗਾਰ ਹੈਗਾ ਵਾ। ਕੀ ਸਰਕਾਰੀ ਨੌਕਰੀ ਦੇ ਕੇ ਅਸੀਂ ਭੱਜ ਗਏ ਸਾਰਾ ਕੁਝ ਕਰਤਾ? ਕੀ ਅਸੀਂ ਉਹਨਾਂ ਨੌਜਵਾਨਾਂ ਨੂੰ ਕੋਈ ਡਾਇਰੈਕਸ਼ਨਸ ਦੇਣੀਆਂ ਨੇ ਕਿ ਅਸੀਂ ਉਹਨਾਂ ਦੀ ਸਕਿੱਲਸ ਪਛਾਣ ਕੇ ਅਕੋਰਡਿੰਗਲੀ ਆਰ ਵੀ ਗੋਇੰਗ ਟੂ ਲਾਈਕ ਚੈਨਲਾਈਜ਼ देयर ਐਨਰਜੀਜ਼ ਇਨਟੂ ਡਿਫਰੈਂਟ? ਸੋ ਨੋਬਡੀ ਹੈਜ਼ ਟਰਾਈਡ ਦਿਸ ਐਵਰ। ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਅਸੀਂ ਜੌਬਸ ਕ੍ਰੀਏਟ ਕਰ ਸਕਦੇ ਹਾਂ? ਇਹ ਸਾਰੀਆਂ ਗੱਲਾਂ ਬੜੀਆਂ ਵੱਡੀਆਂ ਚੁਣੌਤੀਆਂ ਨੇ। ਇਹ ਜਿਹੜਾ 27,000 ਨੌਕਰੀਆਂ ਵਾਲਾ ਅਕੋਰਡਿੰਗ ਟੂ ਮੀ ਇਹ ਸਿਰਫ ਇੱਕ ਕਿਸਮ ਦਾ ਇੱਕ ਠੀਕ ਆ, ਜਿੰਨੀਆਂ ਵੀ ਦਿੱਤੀਆਂ ਉਹ ਮਾੜੀ ਗੱਲ ਨਹੀਂ ਕੀਤੀ, ਪਰ ਇਹ ਸ਼ੋਸ਼ਾ ਜ਼ਿਆਦਾ ਵਾ। ਇੰਨੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਸੰਤੁਸ਼ਟੀ ਨਹੀਂ। ਔਰ ਇਹਨਾਂ ਨੌਕਰੀਆਂ ਵਿੱਚ ਵੀ ਬੜੀ ਲੋਕਾਂ ਨੂੰ ਬੇਚੈਨੀ ਹੈ। ਨਾਇਬ ਤਹਿਸੀਲਦਾਰਾਂ ਦਾ ਟੈਸਟ ਰੱਖਿਆ, ਮੈਂ ਹੀ ਉਠਾਇਆ ਸੀ ਮਸਲਾ ਕਿ ਜਿਹੜੇ ਪਟਵਾਰੀ ਦੇ ਵਿੱਚ ਫੇਲ ਹੋ ਗਏ, ਜਿਹੜੇ ਪਟਵਾਰੀ ਦਾ ਟੈਸਟ ਨਹੀਂ ਪਾਸ ਕਰ ਸਕੇ, ਜਦੋਂ ਨਾਇਬ ਤਹਿਸੀਲਦਾਰ ਦੀ ਮੈਰਿਟ ਆਈ ਤਾਂ ਜਿਹੜੇ ਟੌਪ 10 ਟੌਪਰਸ ਸੀਗੇ ਉਹ ਸਾਰੇ ਉਹੀ ਸੀ ਜਿਹੜੇ ਪਟਵਾਰੀਆਂ ਦੇ ਟੈਸਟ ਵਿੱਚ ਫੇਲ ਹੋਏ। ਸੋ credibility of our examination process is also very doubtful। ਤਾਈਓ ਸਾਡੇ ਨੌਜਵਾਨਾਂ ਵਿੱਚ ਭਾਵੇਂ ਜਿੰਨਾ ਮਰਜ਼ੀ ਭਗਵੰਤ ਮਾਨ ਕਹੀ ਜਾਵੇ ਕਿ ਮੈਂ ਨੌਕਰੀਆਂ ਦੇ ਦਿੱਤੀਆਂ, ਮੈਂ ਐਂ ਕਰਤਾ, ਪਰ ਜਿਹੜੀ ਉਹ ਲਾਈਨ ਲੱਗੀ ਹੋਈ ਕੈਨੇਡਾ ਨੂੰ ਤੇ ਬਾਹਰ ਜਾਣ ਦੀ, ਉਹ ਰੁਕ ਨਹੀਂ ਰਹੀ, ਉਹ ਟੁੱਟ ਨਹੀਂ ਰਹੀ, ਬਿਕੋਜ਼ ਲੋਕਾਂ ਨੂੰ ਮੌਜੂਦਾ ਸਾਡੇ ਸਿਸਟਮ ਦੇ ਉੱਤੇ ਇਸ ਵਕਤ ਫੇਥ ਨਹੀਂ ਗਾ। ਤੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅੱਜ ਦੀ ਸਰਕਾਰ ਝੂਠਿਆਂ ਦੀ ਸਰਕਾਰ ਹੈ? ਬਿਲਕੁਲ ਘੱਟ ਨਹੀਂ ਗਏ ਇਹ। ਮੈਂ ਕਦੀ ਗੁਰੇਜ਼ ਨਹੀਂ ਕੀਤਾ। ਅਗਰ ਸਾਡੀਆਂ ਸਰਕਾਰਾਂ ਨੇ ਗਲਤ ਕੰਮ ਕੀਤਾ ਤਾਈਓ ਲੋਕਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਨਾ, ਚਾਹੇ ਉਹ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਪਰ ਇਹ ਵੀ ਘੱਟ ਨਹੀਂ ਗਏ। ਇਹਨਾਂ ਨੇ ਮਤਲਬ ਸਾਰੇ ਰਿਕਾਰਡ ਤੋੜੇ ਹੋਏ ਨੇ। ਇੱਕੋ ਹੀ ਫਰਕ ਹੈ ਕਿ ਇਹਨਾਂ ਦੀ ਸੋਸ਼ਲ ਮੀਡੀਆ ਮੈਨੇਜਮੈਂਟ ਟੀਮਸ ਉਹ ਦੂਜੀਆਂ ਪਾਰਟੀਆਂ ਨਾਲੋਂ ਬੈਟਰ ਹੈ, ਥੋੜ੍ਹਾ ਜਿਹਾ ਜ਼ਿਆਦਾ ਇਹ ਦਿਖਾ ਸਕਦੇ ਨੇ। ਪਰ ਐਟ ਦੀ ਐਂਡ ਆਫ ਦ ਡੇ, ਜਿੱਦਣ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜਿੱਦਣ ਸਹੀ ਮਾਇਨਿਆਂ ਵਿੱਚ ਕੋਈ ਵੀ ਜਨਰਲ ਚੋਣ ਆਵੇਗੀ, ਹੁਣ ਦੇਖੋ ਸਰਪੰਚਾਂ ਦੀਆਂ ਆਉਣੀਆਂ, ਇਹਨਾਂ ਨੇ ਉਹ ਸਰਪੰਚਾਂ ਵਾਲੀਆਂ ਵੀ ਮੈਨੂਪਲੇਟ ਕਰ ਸਕਦੇ, ਕਾਉਂਸਲਰਾਂ ਦੀ ਵੀ ਮੈਨੂਪਲੇਟ ਕਰ ਸਕਦੇ ਆ। ਇਹ ਟ੍ਰੈਂਡ ਰਿਹਾ ਪੰਜਾਬ 'ਚ, ਜਿਹਦੀ ਵੀ ਸਰਕਾਰ ਹੈ ਉਹਦੇ ਸਰਪੰਚ ਬਣ ਜਾਂਦੇ ਨੇ। ਕਦੀ ਹੋ ਸਕਦਾ ਵਾ ਕਿ 13,000 ਪਿੰਡ ਆ, ਅਕਾਲੀ ਦਲ ਦੀ ਸਰਕਾਰ ਬਣੇ ਤੇ 12,500 ਸਰਪੰਚ ਅਕਾਲੀ ਦਲ ਦਾ, ਕਾਂਗਰਸੀ ਸਰਕਾਰ ਬਣੇ ਤੇ 12,500 ਸਰਪੰਚ ਦਾ। ਸੋ ਇਹਨਾਂ ਇਲੈਕਸ਼ਨਾਂ ਦਾ ਵੀ ਰਿਫਲੈਕਸ਼ਨ ਮੈਂ ਚੰਗੀ ਤਰ੍ਹਾਂ ਮੈਂ ਨਹੀਂ ਸਮਝਦਾ ਕਿ ਬਹੁਤ ਜ਼ਿਆਦਾ ਕੋਈ ਕਰੈਕਟ ਰਿਫਲੈਕਸ਼ਨ ਹੈਗੀ। ਦੈਟ ਇਜ਼ ਆਲ ਮੋਟੀਵੇਟਿਡ ਵੋਟਿੰਗ ਪੈਟਰਨ ਕਿ ਮੈਂ ਆਪਣਾ ਫਾਇਦਾ ਲੈਣਾ, ਮੈਂ ਗ੍ਰਾਂਟ ਤਾਂ ਮੈਨੂੰ ਮਿਲੂਗੀ ਜੇ ਮੈਂ ਸਰਪੰਚ ਆਮ ਆਦਮੀ ਪਾਰਟੀ ਨੂੰ ਲਿਖਾਊਂਗਾ, ਤਾਂ ਭਾਵੇਂ ਦਿਲੋਂ ਅੰਦਰੋਂ ਨਫ਼ਰਤ ਕਰਦਾ ਹੋਵੇ। ਸੋ ਇਹ ਸਾਰੀਆਂ ਗੱਲਾਂ ਦਿਖਾਉਂਦੀਆਂ ਨੇ। ਔਰ ਇਹਨਾਂ ਦੀ ਫੰਕਸ਼ਨਿੰਗ ਪਿਛਲੇ 1 ਸਾਲ ਵਿੱਚ ਜਿਹੜੇ ਵੀ ਨਿਰਪੱਖ ਲੋਕ, ਨਾਟ ਓਨਲੀ ਅਸ ਓਪੋਨੈਂਟਸ, ਬਟ ਜਿਹੜੇ ਵੀ ਨਿਰਪੱਖ ਏਜੰਸੀਆਂ ਨੇ, ਅਖਬਾਰਾਂ ਵਾਲਿਆਂ ਨੇ ਐਨਾਲਿਸਿਸ ਕੀਤਾ, ਉਹ ਸਾਰਾ ਇਹਨਾਂ ਦੇ ਉਲਟ ਜਾ ਰਿਹਾ ਵਾ ਬਹੁਤ ਬੁਰੀ ਤਰ੍ਹਾਂ। ਇੱਕ ਇਲੈਕਸ਼ਨ ਜਿੱਤਣ ਦੇ ਮਤਲਬ ਇਹ ਨਹੀਂਗਾ ਕਿ ਸਾਰੀਆਂ ਗਲਤੀਆਂ ਧੋਤੀਆਂ ਗਈਆਂ, ਹਾਲਾਂਕਿ ਇਹ ਕਹਿ ਰਹੇ ਨੇ ਕਿ ਅਸੀਂ ਇੰਨੀ ਵੋਟ ਲੈ ਕੇ ਅਸੀਂ ਸਾਰੀਆਂ ਗਲਤੀਆਂ ਸਾਡੀਆਂ ਜਿਹੜੀਆਂ ਨੇ ਉਹ ਅਸੀਂ ਸਾਫ਼ ਕਰ ਦਿੱਤੀਆਂ। ਜੇ ਤੁਸੀਂ ਜਲੰਧਰ ਦਾ ਮੈਂਡੇਟ ਵੀ ਦੇਖੋ, ਸ਼ਾਇਦ 8.5 ਲੱਖ ਵੋਟ ਪੋਲ ਹੋਈ ਆ, ਇਹਨਾਂ ਨੂੰ ਤਾਂ 3 ਲੱਖ ਹੀ ਮਿਲੀ ਆ ਨਾ, 5 ਲੱਖ ਤਾਂ ਇਹਨਾਂ ਦੇ ਉਲਟ ਗਈ ਆ ਵੋਟ। ਦੈਟ ਇਟ ਸੈਲਫ ਆਲਸੋ ਸ਼ੋਜ਼, ਬਟ ਬਿਕੋਜ਼ ਵੀ ਹੈਵ ਅ ਡੈਮੋਕ੍ਰੈਟਿਕ ਸਿਸਟਮ ਦੈਟ ਦ ਮੈਜੋਰਿਟੀ ਵੋਟ ਗੇਨਰ ਵਿਨਸ। ਅਗਰ ਇਹ ਨਾ ਹੋਵੇ, ਫਰਜ਼ ਕਰੋ ਅਗਰ ਇਹ ਹੁੰਦਾ, ਕਈ ਮੁਲਕਾਂ 'ਚ ਵੀ ਹੈਗਾ ਦੈਟ ਯੂ ਹੈਵ ਟੂ ਹੈਵ ਪ੍ਰੋਬੇਬਲੀ 50% ਐਂਡ ਪਲੱਸ ਵੋਟਸ ਓਨਲੀ ਦੈਨ ਯੂ ਸਟੈਂਡ ਇਲੈਕਟਡ, ਤੇ ਉਹਦੇ 'ਚ ਫੇਲ ਸੀਗੇ ਇਸ ਬੰਦੇ ਸਾਹਿਬ। ਤੇ ਜੇ ਹੁਣ ਅਸੀਂ ਗੱਲ ਕਰੀਏ ਕਟਾਰੂ ਚੱਕ ਦੀ, ਜਿਹੜਾ ਕਿ ਇਹ ਕੇਸ ਬਹੁਤ ਹੀ ਲਾਈਮਲਾਈਟ 'ਚ ਚੱਲ ਰਿਹਾ ਸੀ, ਅਸੀਂ ਵੇਖਿਆ ਤੁਸੀਂ ਤੇ ਹੋਰ ਅਪੋਜੀਸ਼ਨ ਲੀਡਰਸ, ਮੇਨ ਅਪੋਜੀਸ਼ਨ ਲੀਡਰਸ ਇਸ ਬਾਰੇ ਗੱਲ ਕਰ ਰਹੇ ਸੀ। ਕਿਉਂ ਇਹੋ ਜਿਹਾ ਹੋਇਆ ਵੀ ਇਸ ਕੇਸ ਨੂੰ ਫਰਦਰ ਅੱਗੇ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ? ਇਕੱਲੀ ਕਾਰਵਾਈ ਨਹੀਂ ਕੀਤੀ ਗਈ, ਸਾਡਾ ਇਸ ਕੇਸ ਨੂੰ ਉਠਾਉਣ ਦਾ ਮੈਨੂੰ ਉਹਦੀ ਕੀਮਤ ਅਦਾ ਕਰਨੀ ਪੈ ਰਹੀ ਆ। ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਵੇਗਾ ਕਿ ਜਦੋਂ ਇਹਦੀ ਵੀਡੀਓ ਕਲਿੱਪਸ ਮੇਰੇ ਹੱਥ ਵਿੱਚ ਆਈਆਂ, ਮੈਂ ਚਾਹੁੰਦਾ ਤਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦਾ ਸੀ, ਪਰ ਮੈਂ ਕੀਤੀਆਂ ਨੇ ਬਿਕੋਜ਼ ਇਟ ਵਿਲ ਗਿਵ ਅ ਵੈਰੀ ਬੈਡ ਇਫੈਕਟ ਟੂ ਦ ਯੂਥ। ਮੈਂ ਸੋਚਿਆ ਕਿ ਮੈਂ ਜਿਹੜਾ ਗਵਰਨਰ ਹੈ ਪੰਜਾਬ ਦਾ, ਕੌਂਸਟੀਟਿਊਸ਼ਨਲ ਹੈਡ ਹੈ, ਇਹਨੂੰ ਵੀਡੀਓਜ਼ ਦੇ ਦਿੰਦਾ। ਔਰ ਉਹਨਾਂ ਨੂੰ ਮਿਲ ਕੇ ਕਿਹਾ, ਪਹਿਲੀ ਮਈ ਨੂੰ ਮਿਲਿਆ ਮੈਂ, 1 ਮਈ ਨੂੰ, ਮੈਂ ਕਿਹਾ ਤੁਸੀਂ ਇਹਦੀ ਵੈਰੀਫਿਕੇਸ਼ਨ ਕਰਾ ਲਓ, ਜੇ ਤੁਹਾਨੂੰ ਲੱਗਦਾ ਕਿ ਵੀਡੀਓਜ਼ ਉਹਦੀਆਂ ਕਟਾਰੂ ਚੱਕਦੀਆਂ ਨੇ ਤੇ ਫਿਰ ਤੁਸੀਂ ਗਵਰਨਮੈਂਟ ਨੂੰ ਲਿਖ ਦਿਓ। ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਫਰੋਮ ਦ ਫੋਰੈਂਸਿਕ ਲੈਬ, ਵੀਡੀਓਜ਼ ਆਥੈਂਟਿਕ ਸੀਗੀਆਂ, ਉਹਨਾਂ ਨੇ ਭਗਵੰਤ ਮਾਨ ਨੂੰ ਭੇਜਤੀ ਫॉर ਐਕਸ਼ਨ। 1 ਮਈ ਨੂੰ ਮੈਂ ਮਿਲਦਾ ਗਵਰਨਰ ਨੂੰ, 2 ਮਈ ਨੂੰ ਮੇਰੇ ਤੇ ਇੱਕ ਪਰਚਾ ਦਰਜ ਕਰ ਦਿੰਦੇ FIR ਨਾਨ ਅਵੇਲੇਬਲ ਸੈਕਸ਼ਨ 'ਚ ਕਿ ਇੱਕ SDM ਦੇ ਨਾਲ ਮੈਂ ਮਿਸਬਿਹੇਵ ਕੀਤਾ, ਜਿਹੜਾ ਕਿ ਮੈਂ ਨਹੀਂ ਕੀਤਾ ਸੀਗਾ। ਮੈਂ ਉਸ ਦੀ ਲੜਾਈ ਲੜਦਾ ਵਾਂ। 12 ਤਰੀਕ ਨੂੰ ਮੈਨੂੰ ਐਂਟੀਸਪੇਟਰੀ ਬੇਲ ਮਿਲ ਜਾਂਦੀ ਹੈ ਇਸ FIR 'ਚ, ਤਾਂ ਦੈਨ ਆਈ ਕਮ ਟੂ ਨੋ ਕਿ 11 ਮਈ ਨੂੰ ਇੱਕ ਦਿਨ ਪਹਿਲਾਂ ਇਹਨਾਂ ਨੇ FIR ਇੱਕ ਹੋਰ ਮੇਰੇ 'ਤੇ ਦਰਜ ਕੀਤੀ ਹੋਈ ਆ ਧੋਖਾਧੜੀ ਦੀ। ਹੁਣ ਮੈਂ ਉਹਦੀ ਲੜਾਈ ਲੜ ਰਿਹਾ ਵਾਂ। ਆਈ ਹੈਡ ਟੂ ਗੋ ਟੂ ਦਾ ਹਾਈ ਕੋਰਟ। ਸੋ ਇੱਥੇ ਕੀ ਹੋ ਰਿਹਾ ਵਾ ਕਿ ਠੀਕ ਹੈ, ਕੇਜਰੀਵਾਲ ਹੁਣੀ ਉੱਥੇ BJP ਨੂੰ ਕਹਿੰਦੇ ਕਿ ਸਾਡੇ ਨਾਲ ਬੜੀ ਬੇਇਨਸਾਫੀ ਹੋ ਰਹੀ ਜੀ, ਸਾਡੇ LG ਜਿਹੜਾ ਹੈਗਾ ਉਹ ਸਾਨੂੰ ਫੰਕਸ਼ਨ ਨਹੀਂ ਕਰਨ ਦੇ ਰਿਹਾ,
ਮਤਲਬ ਕਿ ਸਾਡੇ ਨਾਲ ਬੀਜੇਪੀ ਜਿਹੜਾ ਹੈਗਾ ਉਹ ਸਾਡੀ ਆਵਾਜ਼ ਨੂੰ ਦਬਾ ਰਹੀ ਆ। ਪਰ ਜੋ ਕੁਝ ਬੀਜੇਪੀ ਦੇ ਖਿਲਾਫ ਇਲਜ਼ਾਮ ਲਾ ਰਹੇ ਪੰਜਾਬ 'ਚ ਉਹ ਖੁਦ ਕਰ ਰਹੇ ਨੇ, ਸਾਰੀ ਓਪੋਜੀਸ਼ਨ ਨੂੰ ਧਮਕਾ ਰਹੇ ਨੇ, ਜਿਹੜਾ ਬੋਲਦਾ ਉੱਠਦਾ ਉਹਨੂੰ ਚੱਕ ਲੈਂਦੇ ਨੇ। ਕਟਾਰੂ ਚੱਕ ਨੂੰ ਅੱਜ ਤਾਈਂ ਕੁਛ ਨਹੀਂ ਕਿਹਾ, ਔਰ ਭਗਵੰਤ ਮਾਨ ਕਹਿ ਰਹੇ ਨੇ ਜੀ ਪਰਸਨਲ ਲਾਈਫ ਹੈ। ਕਿਸੇ ਵੀ ਪਬਲਿਕ ਲਾਈਫ ਵਾਲੇ ਬੰਦੇ ਦੀ ਇਹ ਪਰਸਨਲ ਲਾਈਫ ਨਹੀਂ ਹੁੰਦੀ। ਪਰਸਨਲ ਲਾਈਫ ਉਦੋਂ ਤੱਕ ਹੋ ਸਕਦੀ ਆ ਜਦ ਤੱਕ ਤੁਹਾਡਾ ਪਾਰਟਨਰ ਹੈ ਹੀ ਇਜ਼ ਐਨ ਐਗਰੀਮੈਂਟ ਵਿਦ ਯੂ। ਬਟ ਇਨ ਦਿਸ ਕਟਾਰੂ ਚੱਕ ਮੈਟਰ ਦੈਟ ਬॉय ਅਫੈਕਟਡ ਵਿਕਟਮ ਕੇਸ਼ਵ ਹੈ ਸ਼ਾਇਦ ਉਹਦਾ ਨਾਮ, ਉਹ ਦਿੱਲੀ SC ਕਮਿਸ਼ਨ ਦੇ ਪੇਸ਼ ਹੋ ਗਿਆ ਕਿ ਮੇਰੇ ਨਾਲ ਇੱਕ ਜਿਹੜਾ ਹੈਗਾ ਸੀਗਾ ਧੱਕੇ ਦੇ ਨਾਲ ਇਹ ਮੈਨੂੰ ਐਕਸਪਲੋਇਟ ਕਰਦੇ ਨੇ, ਮੇਰਾ ਸ਼ੋਸ਼ਣ ਕਰਦੇ ਨੇ। ਸੋ ਭਗਵੰਤ ਮਾਨ ਨੂੰ ਉਹਨੂੰ ਕੱਢਣ ਦੀ ਬਜਾਏ ਆਪਣੇ ਓਪੋਜੀਸ਼ਨ ਵਾਲਿਆਂ ਦੇ ਪਰਚੇ ਦਰਜ ਕਰ ਰਹੇ ਨੇ। ਮੇਰੇ ਖਿਆਲ ਉਹਦੇ ਪਿੰਡ ਦੇ ਸਰਪੰਚ 'ਤੇ ਵੀ ਕੱਲ੍ਹ FIR ਦਰਜ ਕੀਤੀ, ਮੈਂ ਕੱਲ੍ਹ ਜਲੰਧਰ ਮੀਡੀਆ ਦੇ ਸਾਹਮਣੇ ਪ੍ਰੈਜ਼ੈਂਟ ਕੀਤੀ FIR। ਸੋ ਦਿਸ ਇਜ਼ ਦੀ ਅਨਫੋਰਚੂਨੇਟ ਪਾਰਟ ਕਿ ਦਿੱਲੀ ਵਿੱਚ ਤਾਂ ਕੋਸ ਰਹੇ ਨੇ ਪਰ ਆਪ ਉਹੀ ਕੰਮ ਸਾਰਾ ਓਪੋਜੀਸ਼ਨ ਵਿੱਚ ਇੱਥੇ ਕਰ ਰਹੇ ਨੇ। ਬਟ ਹੈਵਿੰਗ ਸੈਡ ਦੈਟ, ਦੇਖੋ ਓਪੋਜੀਸ਼ਨ ਲਈ ਜੇ ਮੈਂ ਇਹਨੂੰ ਨਿਰਪੱਖਤਾ ਨਾਲ ਦੇਖੂੰਗਾ ਤਾਂ ਜਿੰਨੀ ਦੇਰ ਇਹ ਕਟਾਰੂ ਚੱਕ ਨੂੰ ਰੱਖਣਗੇ ਉਨੀ ਦੇਰ ਇਹਨਾਂ ਦੇ ਹਮਲੇ ਹੁੰਦੇ ਰਹਿਣਗੇ। ਸਾਡੇ ਵੱਲੋਂ ਭਾਵੇਂ ਹੋਰ 2 ਮਹੀਨੇ 6 ਮਹੀਨੇ ਰੱਖਣ, ਇਟ ਇਜ਼ ਓਨਲੀ ਗਿਵਿੰਗ ਦੀ ਓਪੋਜੀਸ਼ਨ ਮੋਰ ਹੈਂਡਲ ਟੂ ਅਟੈਕ ਦ ਗਵਰਨਮੈਂਟ। ਤੇ ਹੁਣ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਯੂਥ ਬਾਰੇ, ਜੋ ਕਿ ਇੱਕ ਮੇਨ ਪਾਰਟ ਰਹਿੰਦਾ ਹੈ ਐਜ਼ ਮੇਨ ਐਜੂਕੇਸ਼ਨਲ ਇੰਸਟੀਟਿਊਸ਼ਨ ਪੰਜਾਬ ਯੂਨੀਵਰਸਿਟੀ, ਜਿੱਦਾਂ ਆਪਾਂ ਵੇਖਦੇ ਹਾਂ ਕਾਫੀ ਮੇਨ ਪਰਸਨੈਲਿਟੀਜ਼ ਪੋਲੀਟਿਕਸ 'ਚ ਉੱਭਰ ਕੇ ਆਉਂਦੇ ਆ ਪੰਜਾਬ ਯੂਨੀਵਰਸਿਟੀ ਤੋਂ। ਅਤੇ ਜਦੋਂ ਆਪਾਂ ਕਾਫੀ ਵਾਰ ਸਰਕਾਰ ਵੀ ਵਿਜ਼ਿਟ ਕਰਦੇ ਆ ਅਤੇ ਉਹ ਕਹਿੰਦੇ ਹੈ, ਇਹ ਦਾਅਵਾ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਸਾਡੇ ਆਪ ਦੀ ਪੰਜਾਬ ਦੀ ਹੈ, ਪਰ ਜਦੋਂ ਉਹਨਾਂ ਤੋਂ ਬਜਟ ਲੈਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪਿੱਛੇ ਹਟ ਜਾਂਦੇ ਆ। ਐਬਸੋਲੂਟਲੀ ਰਾਈਟ। ਤੁਸੀਂ ਮੈਨੂੰ ਆਫ ਦਾ ਰਿਕਾਰਡ ਦੱਸਿਆ ਕਿ ਭਗਵੰਤ ਮਾਨ ਨੇ ਵਾਈਲ ਫਾਈਟਿੰਗ these ਯੂਨੀਵਰਸਿਟੀ ਇਲੈਕਸ਼ਨਸ ਸ਼ਾਇਦ 150 ਕਰੋੜ ਰੁਪਇਆ ਪ੍ਰੋਮਿਸ ਕੀਤਾ ਸੀ, ਔਰ ਉਹ ਟਰਮ ਯੂਨੀਵਰਸਿਟੀ ਦੀ ਇਲੈਕਸ਼ਨਸ ਹੀ ਖਤਮ ਹੋ ਰਹੀ ਆ ਜਿਹੜਾ ਇਹਨਾਂ ਦਾ ਯੂਥ ਵਿੰਗ ਹੈਗਾ, ਪਰ ਉਹਨਾਂ ਨੇ ਕੋਈ ਯੂਨੀਵਰਸਿਟੀ ਨੂੰ ਪੈਸੇ ਨਹੀਂ ਦਿੱਤੇ। ਇਹੀ ਮਸਲਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਨਾਲ ਵੀ ਹੋਇਆ। ਤੁਸੀਂ ਦੇਖਿਆ ਕਿ ਉਹਨਾਂ ਨੇ ਪ੍ਰੋਮਿਸ ਕੀਤਾ, ਐਲਾਨ ਕੀਤੇ, ਜਦੋਂ ਬਜਟ ਆਇਆ ਤਾਂ ਉਹ 'ਚ ਪੈਸਾ ਕੋਈ ਨਹੀਂ ਲੱਭਿਆ। ਮੈਂ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਆ। ਜਦੋਂ ਅਸੀਂ ਇਹਨੂੰ ਫੰਡਸ ਨਹੀਂ ਦੇ ਰਹੇ, ਜਦੋਂ ਇਹਨੂੰ ਗ੍ਰਾਂਟ ਨਹੀਂ ਦੇ ਰਹੇ, ਜਦ ਸਾਡੇ ਬੱਚੇ ਹੀ ਨਹੀਂ ਇੱਥੇ ਪੜ੍ਹਨ ਆਉਣਗੇ ਤਾਂ ਸਾਡਾ ਕਲੇਮ ਇਹਦੇ 'ਤੇ ਕਮਜ਼ੋਰ ਹੋਵੇਗਾ। ਭਗਵੰਤ ਮਾਨ ਨੂੰ ਚਾਹੀਦਾ ਕਿ ਜਿਹੜੀ ਉਹਨਾਂ ਨੇ ਐਲਾਨ ਕੀਤਾ ਸੀਗਾ 150 ਕਰੋੜ ਰੁਪਏ ਦਾ, ਬਲਕਿ ਜ਼ਿਆਦਾ, ਇਹਨੂੰ ਘੱਟੋ ਘੱਟ ਇਸ ਤਰ੍ਹਾਂ ਦੀ ਪ੍ਰੀਮੀਅਰ ਯੂਨੀਵਰਸਿਟੀ ਨੂੰ 200 ਕਰੋੜ ਰੁਪਇਆ ਪੰਜਾਬ ਸਰਕਾਰ 'ਤੇ। ਹੁਣ ਇਹਨਾਂ ਨੇ ਕਈ ਸੌ ਕਰੋੜ ਦਾ ਪਬਲਿਸਿਟੀ 'ਤੇ ਖਰਚ ਕਰ ਦਿੱਤਾ, ਉਹ ਖਰਚ ਥੋੜ੍ਹਾ ਘਟਾ ਦੇਣ। ਅਖਬਾਰਾਂ 'ਤੇ, ਟੀਵੀਆਂ 'ਤੇ ਤੁਸੀਂ ਦੇਖੋ ਕਿਹੜਾ TV ਚੈਨਲ ਔਨ ਕਰੋ ਉਹਦੇ 'ਚ ਭਗਵੰਤ ਮਾਨ ਦੀ ਜਿਹੜੀਆਂ ਐਡਸ ਆ ਰਹੀਆਂ ਨੇ। ਕੋਈ ਤੁਸੀਂ ਅਖਬਾਰ ਚੱਕ ਕੇ ਦੇਖ ਲਓ, ਦੇਸ਼ ਦੀ ਕਹਿ ਰਿਹਾ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਦੀ ਫਰੰਟ ਪੇਜ ਕਲਰਡ ਐਡਸ ਹੈਗੀਆਂ। ਸੋ ਆਰ ਐਜੂਕੇਸ਼ਨ ਇੰਸਟੀਟਿਊਸ਼ਨਸ ਇੰਪੋਰਟੈਂਟ ਨੇ ਕਿ ਅਖਬਾਰਾਂ ਇੰਪੋਰਟੈਂਟ ਨੇ, ਇਸ਼ਤਿਹਾਰ ਦੇਣੇ ਨੇ। ਨਾਲੇ ਆਪਣੇ ਆਪ ਕਹਿੰਦੇ ਜੀ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਨਾ, ਅਤੇ ਦਿੱਲੀ ਦਾ ਜੇ ਮਾਡਲ ਲਾਗੂ ਕਰਨਾ ਉਹ ਤਾਂ ਇੱਦਾਂ ਹੋ ਨਹੀਂ ਸਕਦਾ ਕਿ ਅਸੀਂ ਸਭ ਤੋਂ ਵਧੀਆ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ, ਜਿਹੜੀ ਪੰਜਾਬ ਦਾ ਅਸਲ ਆਈ ਵੁੱਡ ਸੇ ਕਿ ਇਟ ਇਜ਼ ਆਵਰ ਯੂਨੀਵਰਸਿਟੀ, ਠੀਕ ਹੈ, ਸਾਡੇ ਤੋਂ ਲਈ ਗਈ ਆ, ਅਤੇ ਕੀ ਉਸ ਨੂੰ 200 ਕਰੋੜ ਰੁਪਏ ਦੇਣਾ ਕਿੱਡੀ ਕੁ ਵੱਡੀ ਗੱਲ ਹੈਗੀ ਪੰਜਾਬ। ਸੋ ਆਈ ਕੰਡੈਮ ਇਟ ਐਂਡ ਆਈ ਡਿਮਾਂਡ ਦੈਟ ਹੀ ਸ਼ੁੱਡ ਪੇ ਦਿਸ ਗ੍ਰਾਂਟ ਜਿਹੜੀ ਉਹਨੇ ਪ੍ਰੋਮਿਸ ਕੀਤੀ ਹੈ ਇਮੀਡੀਏਟਲੀ ਟੂ ਦ ਪੰਜਾਬ ਯੂਨੀਵਰਸਿਟੀ। ਐਂਡ ਮੀਤ ਹੇਅਰ ਮੇਰਾ ਅਜ਼ੀਜ਼ ਰਿਹਾ ਵਾ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ। ਮੈਂ ਉਹਨੂੰ ਵੀ ਕਹੂੰਗਾ ਕਿ ਤੁਸੀਂ ਜੇ ਪ੍ਰੋਮਿਸ ਕੀਤਾ ਇੱਕ ਹੋਸਟਲ ਬਣਾਉਣ ਵਾਸਤੇ ਜਾਂ 2 ਹੋਸਟਲ ਵਾਸਤੇ, ਇੰਨੀ ਕੁ ਛੋਟੀ ਅਮਾਊਂਟ 'ਤੇ ਤੁਸੀਂ ਆਪਣੀ ਵਾਅਦਾ ਖਿਲਾਫੀ ਨਾ ਕਰੋ, ਕਿਉਂਕਿ ਇਲੈਕਸ਼ਨ ਤਾਂ ਫਿਰ ਆ ਜਾਣੀ ਆ। ਅਤੇ ਮੈਂ ਨੌਜਵਾਨਾਂ ਨੂੰ ਵੀ ਕਹੂੰਗਾ, ਯੂਨੀਵਰਸਿਟੀਆਂ ਨੂੰ, ਫਿਰ ਇੱਦਾਂ ਦੇ ਝੂਠੇ, ਤੁਸੀਂ ਆਪੇ ਪੁੱਛ ਰਹੇ ਸੀਗੇ ਕਿ ਕੀ ਜੀ ਆਮ ਆਦਮੀ ਪਾਰਟੀ ਵੀ ਝੂਠੇ ਵਾਅਦੇ ਕਰਦੀ ਆ, ਤੁਹਾਡੇ ਸਾਹਮਣੇ ਆ ਗਿਆ, ਤੁਹਾਡੀ ਯੂਨੀਵਰਸਿਟੀ ਵਿੱਚ ਪ੍ਰੋਮਿਸ ਕਰਕੇ ਚਲੇ ਗਏ ਨੇ, ਅਤੇ ਫਿਰ ਇਹਦਾ ਮਤਲਬ ਅਗਲੀ ਇਲੈਕਸ਼ਨ ਵਿੱਚ ਇਹ ਵੋਟ ਦਾ ਇਹਨਾਂ ਨੂੰ ਅਧਿਕਾਰ ਨਹੀਂ ਹੈ ਵੋਟ ਮੰਗਣ ਦਾ। ਸੋ ਦਿਸ ਇਜ਼ ਵੈਰੀ ਬੈਡ। ਤਾਂ ਹੀ ਤਾਂ ਅਸੀਂ ਕਈ ਵਾਰ ਮੈਂ ਟਵੀਟ ਕਰਦਾ ਰਹਿੰਦਾ ਵਾਂ ਕਿ ਇਹਨਾਂ ਦੀ ਜਿਹੜੀ ਆਪਣਾ ਇਹ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ, ਉਹ ਸਿਰਫ ਲਫ਼ਜ਼ਾਂ 'ਚ ਆ, ਉਹ ਜ਼ਮੀਨ 'ਤੇ ਹੈ ਨਹੀਂ ਗਾ ਬਦਲਾਵ। ਸਾਨੂੰ ਪੰਜਾਬ ਦੇ ਵਿੱਚ ਕੋਈ ਬਦਲਾਵ ਨਜ਼ਰ ਨਹੀਂ ਆਇਆ ਇਹਨਾਂ ਦਾ। ਥੈਂਕ ਯੂ ਸੋ ਮਚ ਖੈਰਾ ਜੀ, ਸਾਨੂੰ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਬਟ ਇੱਕ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਪੰਜਾਬ ਯੂਨੀਵਰਸਿਟੀ ਦੀ ਯੂਥ ਵਾਸਤੇ ਤੁਹਾਡਾ ਕੋਈ ਮੈਸੇਜ? ਦੇਖੋ, ਯੂਥ ਨੂੰ ਤਾਂ ਮੈਂ ਇਹ ਕਹੂੰਗਾ ਕਿ ਜਿਹੜੇ ਤਾਂ ਪਹਿਲਾਂ, ਕਿਉਂਕਿ ਆਈ ਐਮ ਇਨਵੋਲਵਡ ਇਨ ਪੋਲੀਟਿਕਸ, ਮੇਰੀ ਤੁਹਾਨੂੰ ਰਾਏ ਹੈਗੀ ਕਿ ਪੋਲੀਟਿਕਸ ਨੂੰ ਥੋੜ੍ਹਾ ਜਿਹਾ ਪ੍ਰਾਇੋਰਟੀ ਘੱਟ ਦਿਓ, ਕਿਉਂਕਿ ਇਹ ਇੱਕ ਬਹੁਤ ਅੱਛਾ ਪੋਲੀਟੀਕਲ ਕਲਚਰ ਇਸ ਇੰਡੀਆ 'ਚ ਨਹੀਂ ਹੈ ਇਸ ਵਕਤ ਹੈਗਾ। ਵੀ ਆਰ ਨੋ ਬੈਟਰ ਦੈਨ ਪਾਕਿਸਤਾਨ। ਆਈ ਹੈਵ ਜਸਟ ਟਵੀਟਡ ਟੂਡੇ, ਗੋ ਐਂਡ ਫੋਲੋ ਮਾਈ ਟਵੀਟ। ਆਈ ਹੈਵ ਆਲਸੋ ਸੈਡ ਕਿ ਠੀਕ ਹੈ ਉੱਥੇ ਫੌਜ ਜ਼ਾਰਾ ਤੌਰ 'ਤੇ ਅੱਗੇ ਆ, ਪਰ ਇੱਥੇ ਵੀ ਸਾਡੀਆਂ ਸਰਕਾਰਾਂ ਮਤਲਬ ਸੁਪਰੀਮ ਕੋਰਟ ਨੂੰ ਵੀ ਛਿੱਕੇ 'ਤੇ ਟੰਗਦੀਆਂ ਨੇ, ਲਾਅ ਐਂਡ ਆਰਡਰ ਨੂੰ ਵੀ ਛਿੱਕੇ 'ਤੇ ਟੰਗਦੀਆਂ ਨੇ, ਔਰ ਪੋਲੀਟਿਕਸ ਬਹੁਤ ਕੰਮ ਬਹੁਤ ਅੱਛਾ ਸੀਗਾ, ਪਰ ਇਹਦੇ 'ਚ ਅਗਰ ਤਾਂ ਤੁਸੀਂ ਸਿਰਫ ਪੈਸੇ ਕਮਾਉਣ ਦੇ ਨਜ਼ਰੀਏ ਨਾਲ ਆਉਣਾ ਵਾ ਅਤੇ ਖੁਸ਼ਾਮਦ ਕਰ ਸਕਦੇ ਹੋ, ਯੂ ਕੈਨ ਬੈਂਡ ਲਾਈਕ ਵਟਐਵਰ ਐਜ਼ ਲੋ ਐਜ਼ ਪੋਸੀਬਲ, ਫਿਰ ਤਾਂ ਪੋਲੀਟਿਕਸ ਠੀਕ ਆ। ਅਦਰਵਾਈਜ਼ ਆਈ ਵੁੱਡ ਸੇ ਕਿ ਤੁਹਾਡੇ ਕੋਲ ਹੋਰ ਬਹੁਤ ਸਫੇਅਰਸ ਨੇ, ਔਰ ਸਰਕਾਰੀ ਨੌਕਰੀ ਵੀ ਸੌਖੀ ਨਹੀਂ ਇਸ ਦੇਸ਼ ਵਿੱਚ ਕਰਨੀ, ਬਿਕੋਜ਼ ਉਹਦੇ 'ਚ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਗਏ ਨੇ, ਬਹੁਤ ਇੰਟਰਫੇਰੈਂਸ ਨੇ। ਕੋਈ ਵੀ ਸਰਕਾਰੀ ਨੌਕਰ ਜਿਹੜਾ ਹੈਗਾ ਉਹ ਆਜ਼ਾਦ ਨਹੀਂਗਾ।
ਆਪਣੀਆਂ ਪ੍ਰਾਈਵੇਟ ਓਪਰਚੁਨਿਟੀਜ਼, ਮਤਲਬ ਮੈਂ ਤੁਹਾਨੂੰ ਆਪਣੇ ਪਿੰਡ ਦਾ ਉਦਾਹਰਨ ਦਿੰਦਾ ਵਾਂ। ਆਪਾਂ ਸਾਰੇ ਬਾਹਰ ਜਾ ਰਹੇ ਹਾਂ, ਸਾਡੇ ਨੌਜਵਾਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਬਾਹਰ ਜਾ ਰਹੇ, ਉਹਨਾਂ ਦੀ ਜਗ੍ਹਾ ਦੇ ਉੱਤੇ ਬਾਹਰੋਂ ਪੰਜਾਬ ਦੇ ਵਿੱਚ ਲੋਕ ਆ ਰਹੇ ਨੇ। ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਦੇ ਵਿੱਚ ਆ ਸਕਦੇ, ਹਾਲਾਂਕਿ ਦੇਰ ਇਜ਼ ਆਈ ਵਾਸ ਟਰਾਈਂਗ ਟੂ ਬ੍ਰਿੰਗ ਅਬਾਊਟ ਅ ਲਾਅ in Himachal there is a law, in Gujarat there is a law, in Rajasthan there is a law that you cannot buy any agriculture land or become a voter directly in their states। ਪਰ ਚਲੋ ਇਹ ਆਮ ਆਦਮੀ ਪਾਰਟੀ ਹਲੇ ਮੰਨੀ ਨਹੀਂ। ਤਾਂ ਮੇਰੇ ਪਿੰਡ ਦਾ ਉਦਾਹਰਨ ਦੇ ਰਿਹਾ ਕਿ ਮੇਰੇ ਪਿੰਡ ਵਿੱਚ ਇੱਕ ਬਿਹਾਰ ਤੋਂ ਆਏ ਹੋਏ ਨੇ 2 ਮੁੰਡੇ ਨੇ। ਇੱਕ ਨੇ ਤਾਂ ਕੰਮ ਕੀਤਾ ਸ਼ੁਰੂ ਜੀ ਜ਼ਮੀਨ ਠੇਕੇ 'ਤੇ ਲੈਣ ਦਾ, ਉਹ ਤਕਰੀਬਨ 400 ਏਕੜ ਦੀ ਖੇਤੀ ਕਰ ਰਿਹਾ ਵਾ ਠੇਕੇ 'ਤੇ ਲੈ ਕੇ। ਹੀ ਇਜ਼ ਗੋਟ ਅ ਫੋਰਚੂਨਰ ਕਾਰ, ਉਹਨੇ ਵੀ ਆਪਣਾ ਮੁੰਡਾ ਅਮਰੀਕਾ ਭੇਜ ਦਿੱਤਾ ਵਾ। ਦੂਸਰਾ ਇੱਕ ਸਾਡਾ ਉਹ ਵੀ ਬਿਹਾਰ ਜਾਂ ਯੂਪੀ ਦਾ, ਉਹਨੇ ਆਣ ਕੇ ਕੰਸਟਰਕਸ਼ਨ ਦੀ ਐਕਟੀਵਿਟੀ ਸ਼ੁਰੂ ਕਰਤੀ। ਉਹ ਪਿੰਡਾਂ 'ਚ ਛੋਟੇ ਜਿਹੀ ਜਗ੍ਹਾ ਲੈਂਦਾ ਵਾ, ਮਕਾਨ ਬਣਾਉਂਦਾ ਵਾ ਅਤੇ ਮਕਾਨ ਵੇਚ ਦਿੰਦਾ। ਹੀ ਇਜ਼ ਆਲਸੋ ਲਿਵਿੰਗ ਅ ਕਿੰਗ ਸਾਈਜ਼ ਲਾਈਫ। ਸੋ ਅਗਰ ਪੰਜਾਬ ਦੇ ਵਿੱਚ ਵੀ ਤੁਸੀਂ ਆਪਣਾ ਕੰਮ ਕੋ ਕਰਨਾ ਚਾਹੁੰਦੇ ਆ, ਅਗਰ ਤੁਸੀਂ ਯੂ ਆਰ ਸਮਾਰਟ ਇਨਫ, ਆਈ ਐਮ ਕੁਆਇਟ ਸ਼ੋਰ ਕਿ ਇੱਥੇ ਓਪਰਚੁਨਿਟੀ ਹੈਗੀ ਆ, ਬਿਕੋਜ਼ ਬੜੀ ਵੱਡੀ ਮਾਰਕੀਟ ਹੈ। 3 ਕਰੋੜ ਆਦਮੀ ਕੋਈ ਛੋਟੀ ਮਾਰਕੀਟ ਤਾਂ ਹੈ ਨਹੀਂ ਗੀ। ਸੋ ਅਗਰ ਬਾਹਰੋਂ ਆਣ ਕੇ ਲੋਕ ਇੱਥੇ ਫਲਰਿਸ਼ ਕਰ ਸਕਦੇ, ਆਪਣੇ ਬੱਚੇ ਕਿਉਂ ਨਹੀਂ ਕਰ ਸਕਦੇ? ਅਤੇ ਮੈਂ ਤਾਂ ਜ਼ਿਆਦਾ ਤਰਜੀਹ, ਇਫ ਆਈ ਵਾਜ਼ ਗਿਵਨ ਐਨ ਓਪਰਚੁਨਿਟੀ ਕਿ ਤੁਸੀਂ ਆਪਣੇ ਬੱਚਿਆਂ ਤੋਂ ਕੀ ਕਰਾਉਣਾ, ਆਈ ਵੁੱਡ ਰਾਦਰ ਪੁੱਟ ਦੈਮ ਇਨ ਪ੍ਰਾਈਵੇਟ ਸੈਕਟਰ। ਕਿਉਂਕਿ ਜਿਹੜਾ ਨੌਕਰਸ਼ਾਹੀ ਹੈਗੀ, ਇਹ ਵੀ ਇਹਨਾਂ ਦੀ ਕੋਈ ਵਿਚਾਰਿਆਂ ਦੀ ਕੋਈ ਜ਼ਿੰਦਗੀ ਨਹੀਂ ਗੀ। ਅਤੇ ਪੋਲੀਟੀਕਲ ਬੰਦਿਆਂ ਬਾਰੇ ਤੁਹਾਨੂੰ ਮੈਂ ਦੱਸਿਆ ਵਾ ਕਿ ਉਹ 2 ਰਾਹ ਨੇ। ਜੇ ਤਾਂ ਪੈਸੇ ਵਾਲਾ ਰਾਹ ਜਾਣਾ, ਇਟਸ ਆਲ ਰਾਈਟ, ਅਤੇ ਜੇ ਐਕਚੁਅਲੀ ਸਰਵ ਕਰਨਾ ਆਪਣੀ ਕੰਟਰੀ ਨੂੰ ਜਾਂ ਆਪਣੀ ਸਟੇਟ ਨੂੰ, ਇਟਸ ਨਾਟ ਅ ਈਜ਼ੀ ਪਾਥ। ਥੈਂਕ ਯੂ ਸੋ ਮਚ ਸਰ ਫॉर ਗਿਵਿੰਗ ਯੂਰ ਟਾਈਮ ਟੂ ਅਸ। You're ਤੇ welcome। ਇਹ ਸੀ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਜੀ, ਜਿਨ੍ਹਾਂ ਨੇ ਯੂਥ ਨੂੰ ਮੋਟੀਵੇਟ ਕੀਤਾ ਅਤੇ ਸਹੀ ਰਾਹ ਵਿਖਾਈ ਕਿ ਪੋਲੀਟਿਕਸ ਕਿਹਦੇ ਵਾਸਤੇ ਸਹੀ ਆ। ਐਂਡ ਥੈਂਕ ਯੂ ਸੋ ਮਚ ਖਹਿਰਾ ਜੀ ਫॉर motivating them, and for more updates follow PU Pulse। This is Ritika Sidana signing off. Thank you।